ਬਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਸੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਕੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ, ਹਉ ਮੈਂ ਮੈਲ ਗੁਰ ਸ਼ਬਦੇ ਧੋਵੈ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ, ਹਉ ਮੈਂ ਮੈਲ ਗੁਰ ਸ਼ਬਦੇ ਧੋਵੈ। ਨਿਰਮਲ ਵਾਜੈ ਅਨਹਦ ਧੁਨ ਬਾਣੀ, ਦਰ ਸੱਚੈ ਸ਼ੋਭਾ ਪਾਵਣਿਆ। ਨਿਰਮਲ ਵਾਜੈ ਅਨਹਦ ਧੁਨ ਬਾਣੀ, ਦਰ ਸੱਚੈ ਸ਼ੋਭਾ ਪਾਵਣਿਆ। ਵਾਹਿਗੁਰੂ। ਇਹ ਪਵਿੱਤਰ ਸ਼ਬਦ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 121 ਉੱਪਰ ਸੁਭਾਏਮਾਨ ਹਨ। ਇਹਨਾਂ ਬਚਨਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਬਖਸ਼ਿਸ਼ ਕਰਦੇ ਹਨ। ਜੋ ਨਿਰਮਲ ਸੇਵੈ ਸੋ ਨਿਰਮਲ ਹੋਵੈ। ਨਿਰਮਲ ਹੁੰਦਾ ਪਵਿੱਤਰ, ਮਲ ਰਹਿਤ, ਮੈਲ ਤੋਂ ਬਗੈਰ। ਉਹ ਹੈ ਪਰਿਪੂਰਨ ਪਰਮੇਸ਼ਰ ਪਰਮਾਤਮਾ, ਜਿਹੜਾ ਮਾਇਆ ਦੀ ਮੈਲ ਤੋਂ ਰਹਿਤ ਹੈ, ਜਿਸ ਨੂੰ ਕੋਈ ਨਾ ਗਮੀ, ਨਾ ਖੁਸ਼ੀ, ਨਾ ਸ਼ੋਕ, ਨਾ ਗਮ, ਨਾ ਵਿਸ਼ੇ ਵਿਕਾਰ, ਨਾ ਈਰਖਾ, ਨਾ ਦੁਈ ਦਵੈਤ, ਕੁਝ ਵੀ ਨਹੀਂ ਹੈ। ਸਭ ਨੂੰ ਪਿਆਰ ਕਰਨ ਵਾਲਾ ਉਹ ਪਰਮੇਸ਼ਰ ਨਿਰਮਲ ਹੈ। ਤੇ ਅਸੀਂ ਜਿਹਦੀ ਸੰਗਤ ਕਰਾਂਗੇ ਉਹੇ ਜਿਹੇ ਹੋ ਜਾਵਾਂਗੇ। ਜੈਸਾ ਸੇਵੈ ਤੈਸਾ ਹੋਏ। ਜੇ ਅਸੀਂ ਪਰਮੇਸ਼ਰ ਦੇ ਸਰੂਪ ਗੁਰੂ ਦੀ ਸੰਗਤ ਕਰੀਏ ਜਾਂ ਪਰਮੇਸ਼ਰ ਦੇ ਸਰੂਪ ਗੁਰਬਾਣੀ ਦੀ ਸੰਗਤ ਕਰੀਏ ਤਾਂ ਫਿਰ ਅਸੀਂ ਵੀ ਉਹੋ ਜਿਹੇ ਹੋ ਜਾਵਾਂਗੇ। ਕਿਉਂਕਿ ਮਨੁੱਖ ਦੇ ਉੱਤੇ ਸੰਗਤ ਦਾ ਪ੍ਰਭਾਵ ਪੈਂਦਾ। ਜੈਸੀ ਸੰਗਤ ਵੈਸੀ ਰੰਗਤ। ਜੇ ਕੋਈ ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਹੈ, ਉਹਨਾਂ ਦਾ ਸੁਭਾਅ ਉਹੋ ਜਿਹਾ ਹੋ ਜਾਂਦਾ। ਜੇ ਕੋਈ ਐਬੀਆਂ ਸ਼ਰਾਬੀਆਂ ਦੀ, ਕਬਾਬੀਆਂ ਦੀ ਸੰਗਤ ਕਰਦਾ, ਉਹ ਉਹੋ ਜਿਹੇ ਬਣ ਜਾਂਦੇ ਆ। ਇਸ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜਾ ਉਸ ਮਲ ਰਹਿਤ ਪਰਮੇਸ਼ਰ ਨੂੰ ਸਿਮਰਦਾ ਹੈ, ਜੋ ਨਿਰਮਲ ਸੇਵੈ ਸੋ ਨਿਰਮਲ ਹੋਵੇ, ਉਹ ਵੀ ਨਿਰਮਲ ਬਣ ਜਾਂਦਾ। ਹੌਲੀ ਹੌਲੀ ਚੱਲਦੇ ਚੱਲਦੇ ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਹਰੀ ਦੇ ਪਿਆਰੇ ਹਰੀ ਦਾ ਰੂਪ ਹੋ ਜਾਂਦੇ ਆ। ਉਹ ਮਨੁੱਖਾ ਜਾਮੇ ਵਿੱਚ ਰਹਿੰਦੇ ਹੋਏ ਵੀ ਮਲ ਰਹਿਤ ਹੁੰਦੇ ਆ। ਜਿਵੇਂ ਕਵੀ ਸਾਹਿਬ ਜੀ ਕਹਿੰਦੇ, ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ। ਇਹ ਦੁਨੀਆ ਕੋਲਿਆਂ ਦਾ ਕੋਠਾ ਹੈ। ਭਾਵ ਇੱਥੇ ਵਿਕਾਰ ਹਨ। ਸੰਸਾਰ ਦੇ ਵਿੱਚ ਮਾਇਆ ਦੇ ਮੋਹ ਮਮਤਾ ਦੇ ਵਿਸ਼ੇ ਵਿਕਾਰਾਂ ਦੇ ਅਨੇਕਾਂ ਤਰ੍ਹਾਂ ਦੇ ਕੋਲੇ ਹਨ।
ਤੇ ਮਨੁੱਖ ਜਿਹੜਾ ਹੈ ਇਹਦੇ ਵਿੱਚ ਅੰਨ੍ਹੇਵਾਹ ਹੋ ਕੇ ਚੱਲਦਾ। ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ। ਅੰਧ ਭਾਵ ਅੰਨ੍ਹੇਵਾਹ। ਭੱਖ ਅਪੱਖ ਸਭ ਖਾਏ, ਚੰਗਾ ਮਾੜਾ ਸਭ ਖਾਈ ਜਾਂਦਾ। ਭਾਵ ਗੁਰਮਤਿ ਤੋਂ ਕੰਮ ਨਹੀਂ ਲੈਂਦਾ। ਗੁਰਮਤਿ ਹੈ ਹੀ ਨਹੀਂ, ਮਨਮਤ ਹੈ। ਮਨਮਤ ਨਾਲ ਜੋ ਟੱਕਰਦਾ ਉਹੀ ਪ੍ਰਵਾਨ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਮਨੁੱਖ ਇਸ ਤਰ੍ਹਾਂ ਵਿਚਰਦਾ ਹੈ, ਅੰਧ ਪਰੇ ਤੇ ਸਮਾਹੇ, ਇਹ ਗੰਦਾ ਹੋ ਜਾਂਦਾ। ਜਿਵੇਂ ਕੋਈ ਕੋਲਿਆਂ ਵਾਲੇ ਕੋਠੇ 'ਚੋਂ ਜਾਂ ਕਾਲੇ ਹੋਏ ਧੂਏ ਨਾਲ ਭਾਂਡਿਆਂ ਦੇ ਕੋਲ ਦੀ ਸੁਚੇਤ ਹੋ ਕੇ ਨਾ ਟੱਪੇ ਤੇ ਕੱਪੜਾ ਨਾਲ ਵੱਜ ਕੇ ਕਾਲਾ ਹੋ ਜਾਂਦਾ। ਕੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਅਸੀਂ ਸੰਸਾਰ 'ਚ ਵਿਚਰਦੇ ਹਾਂ ਜਨਮਾਂ ਜਨਮਾਂਤਰਾਂ ਤੋਂ। ਸਾਡੀ ਜਿਹੜੀ ਮਨ ਹੈ, ਸਾਡੀ ਜਿਹੜੀ ਸੋਚ ਹੈ, ਸਾਡਾ ਜਿਹੜਾ ਅੰਤਸ਼ਕਰਨ ਹੈ, ਮਨ ਬੁੱਧ ਚਿੱਤ ਹੰਕਾਰ ਆਦਿ, ਇਹਨਾਂ ਨੂੰ ਮੈਲਾਂ ਲੱਗ ਚੁੱਕੀਆਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਿਆ। ਕਈ ਜਨਮਾਂ ਤੋਂ ਅਸੀਂ ਸੰਸਾਰ ਵਿੱਚ ਵਿਚਰ ਰਹੇ ਹਾਂ। ਟੇਢੀਆਂ ਜੂਨਾਂ ਵਿੱਚੋਂ ਵੀ ਟੱਪੇ, ਠੂਹੇ ਜੀਵ ਜੰਤੂ, ਸ਼ੇਰ ਬਘਿਆੜ ਕੁੱਤੇ ਆਦਿ, ਇਹਨਾਂ ਜੂਨਾਂ ਵਿੱਚੋਂ ਵੀ ਆਪਾਂ ਲੰਘੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਹਾਥੀਆਂ ਘੋੜਿਆਂ ਦੀਆਂ ਜੂਨਾਂ ਵਿੱਚੋਂ ਵੀ ਲੰਘੇ ਹੋਵਾਂਗੇ। ਔਰ ਬਨਸਪਤੀ ਦਰਖਤਾਂ ਦੀਆਂ ਜੂਨਾਂ, ਪਹਾੜਾਂ ਦੀਆਂ ਜੂਨਾਂ ਵਿੱਚੋਂ ਵੀ ਲੰਘੇ। ਅੱਜ ਮਨੁੱਖ ਬਣੇ ਹਾਂ, ਪਰ ਪਾਤਸ਼ਾਹ ਕਹਿੰਦੇ ਤੈਨੂੰ ਮੈਲ ਬਹੁਤ ਲੱਗੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਿਆਹ। ਹੁਣ ਇਹ ਜਿਹੜੀ ਮੈਲ ਹੈ ਨਾ, ਇਹਨੂੰ ਕੋਈ ਸਾਬਣ ਲਾਉਣ ਵਾਲੀ ਹੈ ਨੇ, ਇਹਨੂੰ ਮਚਾ ਦੇ, ਸਾੜ ਦੇ। ਜਿਵੇਂ ਖੰਡਲੀ ਧੋਤੀ ਉਜਲੀ ਨਾ ਹੋਵੇ, ਉਲਟੀ ਹੋਵੇ ਮਤ ਬਦਲਾ। ਖੰਡਲੀ ਕੋਹਲੂ ਦੀ ਲੀਰ, ਜਿਹੜੀ ਕੋਹਲੂ ਕੱਢਦੇ ਆ ਨਾ ਤੇਲ ਸਰੋਂ ਦਾ, ਕੋਹਲੂ ਦੇ ਨਾਲ ਉਸ ਦੇ ਬੇਲਣ ਦੇ ਉੱਤੇ ਇੱਕ ਸਾਈਡ 'ਤੇ ਬਾਹਰਲੀਆਂ ਸਾਈਡਾਂ 'ਤੇ ਲੀਰਾਂ ਬੰਨੀਆਂ ਹੁੰਦੀਆਂ ਤਾਂ ਕਿ ਤੇਲ ਬਾਹਰ ਨਾ ਜਾਵੇ, ਡੁੱਲੇ ਨਾ। ਹੁਣ ਉਹ ਲੀਰਾਂ ਗੱਚ ਹੋ ਗਈਆਂ, ਜਾਂ ਸਾਰਾ ਦਿਨ ਕੋਹਲੂ ਵਾਲਾ ਤੇਲੀ ਹੱਥ ਪੂੰਝਦਾ ਜਿਹੜੀ ਲੀਰ ਦੇ ਨਾਲ, ਉਹ ਗੱਚ ਹੋ ਗਈ ਤੇਲ ਦੇ ਨਾਲ, ਅਤੇ ਹੁਣ ਉਹ ਧੋਤੀ ਨਹੀਂ ਜਾ ਸਕਦੀ। ਦੂਜੇ ਦਿਨ ਤੜਕੇ ਕੋਹਲੂ ਵਾਲਾ ਸਾਰੀਆਂ ਇਕੱਠੀਆਂ ਕਰਕੇ ਮਚਾ ਦਿੰਦਾ। ਕੋ ਸਤਨਾਮ ਸ੍ਰੀ। ਉਹਨੂੰ ਕਹਿੰਦੇ ਆ ਖੰਡਲੀ। ਖੰਡਲੀ ਧੋਤੀ ਉਜਲੀ ਨਾ ਹੋਵੇ, ਉਲਟੀ ਹੋਵੇ ਮਤ ਬਦਲਾਹੋ। ਅਤੇ ਕੋਹਲੂ ਵਾਲਾ ਜਿਹੜਾ ਲੀਰ ਬਦਲ ਲੈਂਦਾ, ਨਵੀਂ ਲੈਂਦਾ। ਅਤੇ ਸਿੱਖਾ ਤੂੰ ਆਪਣੀ ਮਨਮੱਤ ਨੂੰ ਸਾੜ ਦੇ, ਇਹ ਕੰਮ ਦੀ ਹੈ ਨਹੀਂ। ਕੋ ਸਤਨਾਮ ਸ੍ਰੀ। ਤੈਨੂੰ ਗੁਰਮਤਿ ਦੇ ਦਿਆਂਗਾ। ਖੰਡਲੀ ਧੋਤੀ ਉਜਲੀ ਨਾ ਹੋਵੇ, ਉਲਟੀ ਹੋਵੇ ਮਤ ਬਦਲਾਹੋ। ਕੁਝ ਸਮਾਂ ਤਾਂ ਉਹ ਲੀਰ ਦੀਆਂ ਸਾਈਡਾਂ ਬਦਲ ਬਦਲ ਕੇ ਵਰਤਦਾ, ਅਤੇ ਜਦੋਂ ਸਾਰੀ ਗੱਚ ਹੋ ਜਾਂਦੀ ਹੈ ਫਿਰ ਉਹਨੂੰ ਅੱਗ 'ਚ ਮਚਾ ਦਿੰਦਾ। ਇਸੇ ਤਰ੍ਹਾਂ ਸਾਡੀ ਮੱਤ ਵੀ ਕਾਲੀ ਸ਼ਾਹ ਹੋਈ ਪਈ ਹੈ, ਇਸ ਨੂੰ ਵੀ ਹੁਣ ਸਾੜ ਦਿਓ ਪਾਤਸ਼ਾਹ ਕਹਿੰਦੇ। ਅਤੇ ਸਾੜੀ ਕਿਵੇਂ ਜਾਊ? ਬ੍ਰਹਮ ਅਗਨੀ ਦੇ ਨਾਲ, ਭਾਵ ਗੁਰੂ ਦੇ ਗਿਆਨ ਨਾਲ। ਗੁਰਮਤਿ ਹੀ ਇਸ ਮਨਮੱਤ ਨੂੰ ਖਤਮ ਕਰਦੀ ਹੈ। ਤਾਂ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ ਭਲਿਆ। ਪ੍ਰੀਤਮ ਜੀ ਕਹਿੰਦੇ ਜੋ ਨਿਰਮਲ ਸੇਵੈ ਸੋ ਨਿਰਮਲ ਹੋਵੈ। ਜਿਹੜਾ ਨਿਰਮਲ ਪਰਮੇਸ਼ਰ ਨੂੰ, ਮਲ ਰਹਿਤ ਪਰਮੇਸ਼ਰ ਦੀ ਸੰਗਤ ਕਰੇਗਾ, ਉਹਦੇ ਪਿਆਰਿਆਂ ਦੀ, ਗੁਰੂ ਦੀ ਸੰਗਤ ਕਰੇਗਾ, ਗੁਰਮੁਖਾਂ ਦੀ ਸੰਗਤ ਕਰੇਗਾ, ਉਹ ਵੀ ਨਿਰਮਲ ਹੋ ਜਾਣਗੇ, ਕਿਉਂਕਿ ਸੰਗਤ ਦਾ ਅਸਰ ਪੈਣਾ ਹੀ ਪੈਣਾ। ਜੋ ਨਿਰਮਲ ਸੇਵੈ ਸੋ ਨਿਰਮਲ ਹੋਵੈ। ਅਤੇ ਜਿਹੜੀ ਮੈਲ ਕਿਹੜੀ ਆ ਭਲਾ? ਹਉਮੈ ਮੈਲ, ਹੰਕਾਰ ਦੀ ਮੈਲ। ਜਿਹੜਾ ਹੰਕਾਰ ਹੈ ਇਹ ਸਾਰਿਆਂ ਦਾ ਮੁਖੀ ਹੈ ਵਿਕਾਰਾਂ ਦਾ। ਹੰਕਾਰ ਦੇ ਵਿੱਚ ਹੀ ਮਨੁੱਖ ਕਿਸੇ ਇਸਤਰੀ ਦੀ ਬੇਅਦਬੀ ਕਰ ਦਿੰਦਾ। ਹੰਕਾਰ ਦੇ ਵਿੱਚ ਹੀ ਮਨੁੱਖ ਠੱਗੀਆਂ ਮਾਰਦਾ। ਹੰਕਾਰ ਦੇ ਵਿੱਚ ਹੀ ਲੁੱਟਾਂ ਖੋਹਾਂ ਕਰਦਾ ਹੈ। ਮੈਨੂੰ ਕਿਹੜਾ ਰੋਕ ਸਕਦਾ ਹੈ? ਮੇਰੇ ਵਰਗਾ ਕਿਹੜਾ ਹੈ? ਹੰਕਾਰ ਦੇ ਵਿੱਚ ਹੀ ਬੰਦਾ ਗੁੱਸੇ ਦੇ ਵਿੱਚ, ਕ੍ਰੋਧ ਵਿੱਚ ਆ ਕੇ ਆਪਣੇ ਕਿਸੇ ਮਨੁੱਖ ਨੂੰ ਮਾਰ ਵੀ ਦਿੰਦਾ। ਇਹ ਸਾਰੇ ਹੰਕਾਰ ਦੇ ਕੰਮ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹੁਣ ਪਾਤਸ਼ਾਹ ਨੇ ਇਸ ਬਿਮਾਰੀ ਦੀ ਜੜ ਵੱਢਣੀ ਆ, ਗੁਰਮਤਿ ਦਾ ਗਿਆਨ ਦੇ ਕੇ ਮਨਮੱਤ ਨੂੰ ਖਤਮ ਕਰਨਾ। ਤਾਂ
ਹਉ ਮੈਂ ਮੈਲ ਗੁਰ ਸ਼ਬਦੈ ਧੋਵੈ। ਜਿਹੜੀ ਇਹ ਹੰਕਾਰ ਦੀ ਮੈਲ ਹੈ ਨਾ, ਕਿਤੇ ਇਸ ਨੂੰ ਬਿਮਾਰੀ ਵੀ ਕਿਹਾ। ਹਉ ਮੈਂ ਦੀਰਘ ਰੋਗ ਹੈ, दारू ਪੀ ਇਸ ਮਾਹੇ। ਤੇ ਕਿਵੇਂ ਸੈੱਟ ਹੁੰਦਾ ਹੈ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਕੌਣ ਕਰੇ ਕਿਰਪਾ? ਹੁਣ ਮਨੁੱਖ ਵੀ ਆਪਦੇ ਉੱਤੇ ਆਪ ਕਿਰਪਾ ਕਰੇ ਨਾ, ਗੁਰੂ ਦੇ ਸ਼ਬਦ ਦੀ ਕਮਾਈ ਕਰੇ। ਗੁਰੂ ਨੇ ਕਿਰਪਾ ਕਰਤੀ, ਸ਼ਬਦ ਦੇਤਾ। ਪਰਮੇਸ਼ਰ ਨੇ ਕਿਰਪਾ ਕਰਤੀ, ਆਪਾਂ ਨੂੰ ਮਨੁੱਖ ਬਣਾਤਾ। ਤੇ ਮਨੁੱਖਾਂ ਦੇ ਵਿੱਚੋਂ ਤੁਹਾਨੂੰ ਛਾਂਟ ਕੇ ਗੁਰੂ ਕੋਲੇ ਵੀ ਲੈ ਆਂਦਾ। ਇਹ ਸਾਰੀ ਪਰਮੇਸ਼ਰ ਕਿਰਪਾ ਕਰ ਰਹੇ ਹੈ ਨਾ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਸਿੱਖ ਬੇਨਤੀ ਕਰੇ ਵੀ ਜੇ ਤੂੰ ਮੈਨੂੰ ਮਨੁੱਖ ਬਣਾਇਆ ਤੇ ਹੁਣ ਦਰਸ਼ਨਾਂ ਦੀ ਦਾਤ ਵੀ ਬਖਸ਼। ਤੇ ਦਰਸ਼ਨਾਂ ਦੀ ਦਾਤ ਕਿਵੇਂ ਮਿਲੂਗੀ? ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਇਹ ਸਾਰੀ ਉਹਦੀ ਕਿਰਪਾ ਹੋ ਰਹੀ ਹੈ। ਆਪਾਂ ਨੂੰ ਔਗਣ ਹਾਰਿਆਂ ਨੂੰ, ਟੇਢੀਆਂ ਜੂਨਾਂ 'ਚ ਵਿਚਰਦਿਆਂ ਨੂੰ ਕੱਢ ਕੇ ਮਨੁੱਖ ਬਣਾਤਾ। ਮਨੁੱਖਾ ਜੂਨੀ ਦੇਤੀ। ਵਿੱਚ ਆਤਮਾ ਸਭ ਦੇ ਇੱਕੋ ਜਿਹੀ ਆ, ਚਾਹੇ ਉਹ ਪਸ਼ੂ ਆ, ਚਾਹੇ ਪੰਛੀ ਆ, ਚਾਹੇ ਮਨੁੱਖ ਹੈ, ਚਾਹੇ ਦਰਖਤ ਹੈ। ਆਤਮਾ ਸਭ 'ਚ ਇੱਕੋ ਜਿਹੀ ਹੈ। ਪਰ ਧੰਨ ਹੈ ਉਹ ਆਤਮਾ ਜਿਹੜੀ ਮਨੁੱਖ ਬਣ ਗਈ। ਸ਼੍ਰੋਮਣੀ ਆ 84 ਲੱਖ ਜੂਨ ਦੀ ਆਤਮਾ। ਤੇ ਪਾਤਸ਼ਾਹ ਜੀ ਕਹਿੰਦੇ ਉਸ ਪਰਮੇਸ਼ਰ ਨੇ ਕਿਰਪਾ ਕੀਤੀ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਤੇਰਾ ਕੀਤਾ ਜਾਤੋ ਨਾਹੀ। ਮੈਨੂੰ ਜੋ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਇਹ ਬੰਦਾ ਮੰਨ ਲੇ ਬਈ ਤੂੰ ਕੋਈ ਇਹਦੇ ਵੱਟੇ ਫੀਸ ਨਹੀਂ ਦਿੱਤੀ, ਮੈਨੂੰ ਬੰਦਾ ਬਣਾ ਦੇ। ਤੂੰ ਇਹਦੇ ਵੱਟੇ ਕੁਛ ਨਹੀਂ ਦਿੱਤਾ, ਉਹਨੇ ਦਇਆ ਕਰਕੇ ਤੈਨੂੰ ਬੰਦਾ ਬਣਾਇਆ। ਕਹੋ ਸਤਨਾਮ ਸ੍ਰੀ। ਤੁਰਮੀ ਤਾਂ ਪਾਤਸ਼ਾਹ ਜੀ ਕਹਿੰਦੇ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਦਇਆ ਕੀਤੀ ਉਹਨੇ, ਤਰਸ ਪਿਆ, ਮੇਰਾ ਮਤ ਹੋਈ। ਫਿਰ ਹੋਰ ਵੀ ਤਰਸ ਆਇਆ। ਜਿਨ੍ਹਾਂ ਜੀਵਾਂ 'ਤੇ ਮਿਹਰ ਕੀਤੀ ਉਹਨਾਂ ਨੂੰ ਸਤਿਗੁਰ ਸੱਜਣ ਮਿਲਿਆ, ਗੁਰੂ ਕੋਲੇ ਲਿਆਂਦਾ। ਆ ਗੁਰੂ ਕੋਲੇ ਆ ਕੇ ਬਹਿਣਾ ਇਹ ਸਾਡੀ ਮਰਜ਼ੀ ਨਹੀਂ ਹੈ ਕਿ ਸਾਰੀ ਆ ਕੇ ਬਹਿ ਜਿਆ ਕਰਨ। ਕਿੰਨੇ ਬਿਹਾਰੀਏ ਇੱਥੇ ਰਹਿੰਦੇ ਹਨ, ਕਿੰਨੇ ਹੋਰ ਲੋਕ ਆਸੇ ਪਾਸੇ ਸੁਣਦੇ ਹੋਣਗੇ ਆਵਾਜ਼ ਨੂੰ, ਪਰ ਸਾਰੇ ਨਹੀਂ ਬਹਿ ਸਕਦੇ। ਇੱਥੇ ਵੀ ਉਹੀ ਆ ਕੇ ਬਹਿੰਦੇ ਆ ਜਿਨ੍ਹਾਂ 'ਤੇ ਉਹਦੀ ਦਇਆ ਦ੍ਰਿਸ਼ਟੀ ਹੁੰਦੀ ਆ, ਕਿਰਪਾ ਹੁੰਦੀ ਆ, ਮਿਹਰ ਹੁੰਦੀ ਆ। ਸਤਿਗੁਰ ਸੱਜਣ ਮਿਲਿਆ ਤੇ ਹੁਣ ਅੱਗੇ ਆ ਕੇ ਆਪਾਂ ਪਹੁੰਚ ਗਏ ਗੁਰੂ ਕੋਲੇ। ਤੇ ਹੁਣ ਇੱਕ ਕੰਮ ਆਪਾਂ ਕਰੀਏ। ਹਉ ਮੈਂ ਦੀਰਘ ਰੋਗ ਹੈ, दारू ਪੀ ਸਮਾਹੇ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਇਹ ਹੁਣ ਆਪਣੇ ਵਾਸਤੇ ਆ ਜੇ ਕੁਛ ਆਪਾਂ ਵੀ ਤਾਂ ਕਰਨਾ ਹੈ ਨਾ। ਕੱਲਾ ਬਾਬਿਆਂ ਦੇ ਬਚਨਾਂ 'ਤੇ ਨਹੀਂ ਰਹਿਣਾ ਗਾ। ਕਰਨਾ ਕੀ ਆ? ਉਹ ਗੁਰੂ ਨੂੰ ਪੁੱਛੀਏ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਕਿਹੜਾ ਸ਼ਬਦ? ਜਿਹੜਾ ਗੁਰੂ ਨੇ ਸਾਨੂੰ ਦੇਣਾ ਕੀਤਾ। ਕੀ ਕਹਿੰਦੇ? ਸਤਿਗੁਰ ਸੱਜਣ ਮਿਲਿਆ ਤੇ ਹੁਣ ਗੁਰੂ ਦੇ ਕੋਲੋਂ ਸ਼ਬਦ ਮੰਗੋ। ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਤੇ ਗੁਰੂ ਨੇ ਸ਼ਬਦ ਦੇਤਾ ਸਾਨੂੰ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਹੁਣ ਇਹਨੂੰ ਜਪਣਾ ਤਾਂ ਆਪਾਂ ਹੈ ਨਾ। ਡਾਕਟਰ ਕਿੰਨਾ ਵੀ ਤਕੜਾ ਹੋਵੇ, ਕਿੰਨਾ ਵੀ ਛੋਟਾ ਹੋਵੇ, ਕਿੰਨਾ ਵੀ ਵੱਡਾ ਹੋਵੇ, ਉਹਨੇ ਦਵਾਈ ਦੇਤੀ, ਖਾਣੀ ਤਾਂ ਮਰੀਜ਼ ਨੇ ਹੈ ਨਾ। ਡਾਕਟਰ ਦੀ ਫੋਟੋ ਨੂੰ ਧੂਫਾਂ ਦਿਆਂ ਨਹੀਂ ਬਿਮਾਰੀ ਹਟਣੀ, ਦਵਾਈ ਅੰਦਰ ਸਿੱਟਣੀ ਪੈਣੀ ਹੈ ਤਾਂ ਜਾ ਕੇ ਬਿਮਾਰੀ ਹਟਣੀ ਹੈ। ਇਸੇ ਤਰ੍ਹਾਂ ਗੁਰੂ ਨੇ ਕਿਰਪਾ ਕਰਤੀ, ਸਾਨੂੰ ਸ਼ਬਦ ਦੇਤਾ, ਸਾਨੂੰ ਗਿਆਨ ਦੇਤਾ, ਗੁਰਬਾਣੀ ਰਾਹੀਂ ਮਾਰਗ ਦਰਸ਼ਨ ਕਰਤਾ ਸਾਡਾ। ਹੁਣ ਚੱਲਣਾ ਤਾਂ ਸਾਨੂੰ ਪੈਣਾ। ਜਿਹਨੂੰ ਲੋੜ ਹੈ ਚੱਲ ਪਵੇ, ਜਿਹੜਾ ਚੱਲ ਪਵੇਗਾ ਉਹਦਾ ਭਲਾ ਹੋ ਜਾਵੇਗਾ। ਨਿਰਮਲ ਸੇਵੈ ਨਿਰਮਲ ਹੋਵੈ। ਜਿਹੜਾ ਉਸ ਨਿਰਮਲ ਨੂੰ ਸਿਮਰਦਾ ਹੈ, ਜੋ ਨਿਰਮਲ ਸੇਵੈ ਸੋ ਨਿਰਮਲ ਹੋਵੈ। ਹਉਮੈ ਮੈਲ ਗੁਰ ਸ਼ਬਦੇ ਧੋਵੈ। ਤੇ ਗੁਰੂ ਦਾ ਸ਼ਬਦ ਲੈ ਕੇ ਕੱਲ੍ਹ ਆਪਾਂ ਗੱਲ ਕਰ ਰਹੇ ਸੀ ਵੀ ਜਿਹੜਾ ਸਿਮਰਨ ਹੈ ਉਹ ਕਿਸ ਤਰ੍ਹਾਂ ਸਾਡਾ ਬਦਲਾਅ ਕਰਦਾ। ਉਹ ਸਾਡੀ ਬੁੱਧੀ ਬਦਲਦਾ। ਸਿਮਰਨ ਦੀ ਵਾਈਬ੍ਰੇਸ਼ਨ ਨਾਲ ਸਾਡੀਆਂ ਦਿਮਾਗ ਦੀਆਂ ਸੂਖਮ ਨਾੜੀਆਂ ਖੁੱਲ੍ਹਦੀਆਂ। ਜਦੋਂ ਅਸੀਂ ਵਾਹਿਗੁਰੂ ਮੰਤਰ ਦੀ ਆਵਾਜ਼ ਕਰਦੇ ਹਾਂ ਤੇ ਸਾਡੀਆਂ ਨਾੜੀਆਂ 'ਤੇ ਸੱਟ ਵੱਜਦੀ ਹੈ ਹਲਕੀ ਹਲਕੀ, ਕਿਉਂਕਿ ਬੜੀਆਂ ਸੂਖਮ ਹੈ ਨਾੜੀਆਂ। ਅਤੇ ਉਹਦੇ ਨਾਲ ਉਹ ਐਕਟੀਵੇਟ ਹੁੰਦੀਆਂ, ਚਾਲੂ ਹੁੰਦੀਆਂ ਵਾਈਬ੍ਰੇਸ਼ਨ ਦੇ ਨਾਲ। ਉਹਨੂੰ ਵਾਈਬ੍ਰੇਸ਼ਨ ਦੀ ਸੱਟ ਹੀ ਬਹੁਤ ਵੱਡੀ ਆ। ਕਈ ਵਾਰੀ ਉੱਚੀ ਆਵਾਜ਼ ਸਾਡੇ ਕੰਨਾਂ ਵਿੱਚ ਪਵੇ ਅਤੇ ਉਹ ਵੀ ਸਾਨੂੰ ਦੁੱਖ ਦਿੰਦੀ ਆ। ਭਾਵ ਕਿ ਸਾਡੇ ਦਿਮਾਗ ਦੀਆਂ ਨਾੜੀਆਂ 'ਤੇ ਅਸਰ ਪੈਂਦਾ ਆਵਾਜ਼ ਦਾ। ਜਦੋਂ ਅਸੀਂ ਵਾਹਿਗੁਰੂ ਮੰਤਰ ਦੀ ਮਿੱਠੀ ਧੁਨ ਵਿੱਚ ਆਵਾਜ਼ ਕਰਾਂਗੇ ਤਾਂ ਇਹ ਸਾਡੀਆਂ ਵੀ
ਨਾੜੀਆਂ ਨੂੰ ਖੋਲ੍ਹਦੀ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੁਰਾਣੇ ਸਮਿਆਂ ਵਿੱਚ ਲੋਕਾਂ ਨੇ ਅਨੇਕਾਂ ਜੁਗਤੀਆਂ ਵਰਤੀਆਂ। ਰਾਮ, ਜਦੋਂ ਰਾਮ ਸ਼ਬਦ ਦਾ ਉਚਾਰਨ ਕੀਤਾ ਤਾਂ ਇਹ ਮੰਮੇ ਦੀ ਜਦੋਂ ਮੂੰਹ ਬੰਦ ਹੋਣ ਲੱਗਿਆ, ਮੰਮਾ ਕਹਿੰਦੇ ਕਹਿੰਦੇ ਇਹ ਆਵਾਜ਼ ਉੱਪਰ ਜਾਣ ਲੱਗੀ। ਐਵੇਂ ਅੱਲਾਹੂ, ਇਸ ਤਰ੍ਹਾਂ ਹੀ ਵਾਹਿਗੁਰੂ ਵਾਹਿਗੁਰੂ। ਜਦੋਂ ਰੂਹ ਕਹਿੰਦੇ ਆ ਤੇ ਬੁੱਲ ਬੰਦ ਹੋਣ ਲੱਗਦੇ ਆ ਤੇ ਆਵਾਜ਼ ਦੀ ਜਿਹੜੀ ਕੰਪਨ ਹੈ, ਵਾਈਬ੍ਰੇਸ਼ਨ ਹੈ, ਉਹ ਉੱਪਰ ਜਾਣੀ ਸ਼ੁਰੂ ਹੁੰਦੀ ਹੈ। ਜਿਵੇਂ ਕਿਸੇ ਉਲਝੇ ਹੋਏ ਧਾਗੇ ਦੇ ਲੱਛੇ ਨੂੰ ਅਸੀਂ ਹਿਲਾ ਹਿਲਾ ਕੇ ਸੁਲਝਾਉਣੇ ਆ, ਇਸੇ ਤਰ੍ਹਾਂ ਹੀ ਅਸੀਂ ਵੀ ਉਲਝੇ ਹੋਏ ਹਾਂ, ਸਾਡਾ ਦਿਮਾਗ ਉਲਝਿਆ ਹੋਇਆ, ਇਹਨੂੰ ਸੈੱਟ ਕਰਦਾ ਵਾਹਿਗੁਰੂ ਮੰਤਰ ਸਿਮਰਨ, ਗੁਰਮੰਤਰ। ਤਾਂ ਹੌਲੀ ਹੌਲੀ ਇਹ ਸਾਡਾ ਜਦੋਂ ਸੈੱਟ ਹੋ ਜਾਂਦਾ, ਫਿਰ ਇਹਦੇ ਵਿੱਚ ਗਿਆਨ ਦੀਆਂ ਗੱਲਾਂ ਪੈਦਾ ਹੁੰਦੀਆਂ, ਫਿਰ ਇਹ 'ਚ ਗਿਆਨ ਪੈਦਾ ਹੁੰਦਾ, ਫਿਰ ਉਹ ਗਿਆਨ ਦੇ ਮੁਤਾਬਕ ਚੱਲਣਾ। ਜਦੋਂ ਗਿਆਨ ਦੇ ਮੁਤਾਬਕ ਚੱਲਦਾ, ਫਿਰ ਇਹਦਾ ਜੀਵਨ ਸੁਧਰ ਜਾਂਦਾ। ਇਸ ਕਰਕੇ ਬਾਣੀ ਜਿਹੜੀ ਹੈ ਸਾਨੂੰ ਨਿਰਮਲ ਕਰਨ ਵਾਸਤੇ ਆਈ ਹੈ। ਹਉਮੈ ਮੈਲ ਗੁਰ ਸ਼ਬਦੈ ਧੋਵੈ। ਤੇ ਕਿਵੇਂ ਧੋਵੇ ਗੁਰ ਸ਼ਬਦ ਨਾਲ? ਨਿਰਮਲ ਵਾਜੈ ਅਨਹਦ ਧੁਨ ਬਾਣੀ। ਐਂ ਤਾਂ ਆਵਾਜ਼ ਤਾਂ ਗੀਤਾਂ ਦੀ ਵੀ ਹੈ, ਲੱਚਰ ਗੀਤਾਂ ਦੀ ਆਵਾਜ਼ ਵੀ ਸੁਣਦੇ ਆ ਲੋਕ, ਉਹ ਵੀ ਤਾਂ ਆਵਾਜ਼ ਹੁੰਦੀ ਆ, ਪਰ ਉਹ ਤਾਂ ਸਾਡੇ ਦਿਮਾਗ ਨੂੰ ਵਿਗਾੜਦੀ ਹੈ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਲੱਚਰ ਗੀਤ ਚੱਲਦੀ ਹੈ ਨਾ ਤਰ੍ਹਾਂ ਤਰ੍ਹਾਂ ਦੇ, ਜਿਹੜੇ ਸਾਡੀ ਬੁੱਧੀ ਨੂੰ ਖਰਾਬ ਕਰਦੇ ਆ। ਇਸ ਕਰਕੇ ਇੱਥੇ ਸਪਸ਼ਟ ਲਿਖਿਆ ਨਿਰਮਲ ਵਾਜੈ ਅਨਹਦ ਧੁਨ ਬਾਣੀ। ਪਵਿੱਤਰ ਸ਼ਬਦਾਂ ਨੂੰ ਗਾਓ। ਉਹ ਕਿਹੜੇ ਹੈ? ਗੁਰਬਾਣੀ ਦੇ ਹਨ। ਵਾਹਿਗੁਰੂ ਮੰਤਰ ਹੈ, ਰਾਮ ਹੈ, ਅੱਲਾਹੂ ਹੈ, ਆਦਿ ਆਦਿ ਜੋ ਧਰਮ ਦੇ ਮੰਤਰ ਹਨ। ਮੁਸਲਮਾਨਾਂ ਦੀ ਮੱਤ ਵਿੱਚ ਇਹ ਖਿਆਲ ਸੀਗਾ ਬਈ ਜੇ ਬਾਜਾ ਵਜਾਇਆ ਜਾਂ ਹੋਰ ਸਾਜ਼ ਵਜਾਏ, ਰਾਗ ਕੀਤਾ, ਤਾਂ ਇਹ ਰਾਗ ਬੰਦੇ ਨੂੰ ਜਿਹੜਾ ਹੈ ਵਿਸ਼ੇ ਵਿਕਾਰਾਂ ਵਿੱਚ ਲੈ ਜਾਂਦਾ, ਇਸ਼ਕ ਆਸ਼ਕੀ ਵਿੱਚ ਲੈ ਜਾਂਦਾ। ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਸ਼ੁਰੂਆਤ ਹੀ ਰਾਗ ਤੋਂ ਕੀਤੀ ਆ। ਮਰਦਾਨੇ ਨੂੰ ਕਹਿੰਦੇ ਰਬਾਬ ਲੈ ਕੇ ਆ। ਇੱਕ ਭਾਈ ਮਰਦਾਨਾ ਜੀ ਰਬਾਬ ਲੈ ਕੇ ਆਏ, ਰਬਾਬ ਦੇ ਨਾਲ ਗਾਉਣਾ ਸ਼ੁਰੂ ਕੀਤਾ, ਸ਼ਬਦ ਗਾਉਣੇ ਸ਼ੁਰੂ ਕੀਤੇ। ਤੇ ਧੰਨ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਨੂੰ ਲੈ ਕੇ ਅਰਬਸਤਾਨ ਵਿੱਚ ਚਲੇ ਗਏ। ਤੇ ਉੱਥੇ ਬੈਠ ਕੇ ਜਦ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਬਾਬੇ ਨਾਨਕ ਨੇ ਸ਼ਬਦ ਗਾਇਆ, ਜਿਹੜਾ ਉੱਥੇ ਪੀਰ ਰਹਿੰਦਾ ਸੀ ਨਾ ਉਸ ਇਲਾਕੇ ਦਾ, ਉਹਨੂੰ ਗੁੱਸਾ ਆਇਆ। ਉਹਨੂੰ ਗੁੱਸਾ ਆਇਆ ਬਈ ਇਹ ਕੀ ਮਤਲਬ? ਕਿਸੇ ਨੇ ਜਾ ਕੇ ਕਹਿ ਦਿੱਤਾ ਉਹਦੇ ਪੀਰ ਨੇ, ਪੀਰ ਦੇ ਚੇਲੇ ਨੇ, ਵੀ ਇੱਕ ਸਾਧ ਆਇਆ ਆਪਣੇ ਇਲਾਕੇ 'ਚ, ਉਹਨਾਂ ਰਾਗ ਗਾ ਰਿਹਾ ਹੈ। ਤੇ ਮੁਸਲਮਾਨੀ ਮੱਤ ਵਿੱਚ ਰਾਗ ਮਨਾ ਕੀਤਾ ਹੋਇਆ ਵੀ ਰਾਗ ਨਹੀਂ ਗਾਉਣਾ। ਰਾਗ ਬੰਦੇ ਨੂੰ ਚੱਕਰਾਂ ਵਿੱਚ ਪਾਉਂਦਾ, ਵਿਸ਼ੇ ਵਿਕਾਰਾਂ 'ਚ ਲੈ ਕੇ ਜਾਂਦਾ। ਤੇ ਗੁਰੂ ਪਿਆਰਿਓ, ਜਿਹੜਾ ਪੀਰ ਸੀ ਨਾ, ਆਪਣੇ ਚੇਲਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਫੜਾ ਕੇ ਪੱਥਰ ਡਲੇ, ਕਹਿੰਦੇ ਚਲੋ ਇਹੋ ਜਿਹੇ ਬੰਦੇ ਨੂੰ ਸੰਗੇ ਸਾਰ ਕਰੋ, ਸਾਡਾ ਸਿਸਟਮ ਵਿਗਾੜਦਾ, ਸਾਡੇ ਇਲਾਕੇ ਵਿੱਚ ਆ ਕੇ ਹੋਰ ਮਰਜ਼ਾਦਾ ਚਲਾਉਂਦਾ। ਤਾਂ ਗੁਰੂ ਪਿਆਰਿਓ, ਜਿਹੜਾ ਉਹ ਪੀਰ ਸੀਗਾ ਨਾ, ਉਹ ਲੈ ਕੇ ਚੇਲਿਆਂ ਨੂੰ ਆ ਗਿਆ ਬਾਬੇ ਨਾਨਕ ਹੋਰਾਂ ਨੂੰ ਮਾਰਨ ਵਾਸਤੇ। ਤੇ ਨਾਲੇ ਬਾਬਾ ਨਾਨਕ ਜੀ ਵੀ ਉਸ ਨਦੀ 'ਚ ਇਸ਼ਨਾਨ ਕਰ ਰਹੇ ਸੀ, ਉਹ ਪੀਰ ਦਾ ਚੇਲਾ ਵੀ ਕਰ ਰਿਹਾ ਸੀਗਾ। ਤੇ ਧੰਨ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਗਾ ਰਹੇ ਸੀ, ਤੇ ਗਾ ਰਹੇ ਸੀ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੀ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਉਹ ਚੇਲੇ ਨੇ ਇਹ ਵੀ ਜਾ ਕੇ ਸ਼ਿਕਾਇਤ ਕੀਤੀ ਪੀਰ ਕੋਲੇ ਵੀ ਦੇਖੋ ਜੀ, ਆਪਾਂ ਤਾਂ 7 ਪਤਾਲ ਤੇ 7 ਆਕਾਸ਼ ਕਹਿੰਦੇ ਆ, ਤੇ ਉਹ ਝੂਠ ਬੋਲ ਰਿਹਾ, ਕੁਫਰ ਬੋਲ ਰਿਹਾ। ਕਹਿੰਦਾ ਹੈ ਪਤਾਲਾਂ ਪਤਾਲ ਆਕਾਸ਼ਾਂ ਆਕਾਸ਼ ਹਜੇ ਵੀ ਲੱਭੇ ਨਹੀਂ ਪੂਰੇ, ਬਹੁਤ ਜ਼ਿਆਦੇ ਆ। ਉਹ ਪੀਰ ਨੂੰ ਗੁੱਸਾ ਆ ਗਿਆ ਤੇ ਉਹ ਪੀਰ ਲੈ ਕੇ ਚੇਲਿਆਂ ਨੂੰ ਬਾਬਾ ਜੀ ਨੂੰ ਮਾਰਨ ਵਾਸਤੇ ਆਏ। ਜਿਸ ਵੇਲੇ ਕਹਿੰਦੇ ਉਹ ਪੀਰ ਦੇ ਚੇਲਿਆਂ ਨੇ ਇਕੱਠੇ ਹੋ ਕੇ ਹੱਥ ਵਿੱਚ ਫੜੇ ਹੋਏ ਡਲੇ ਬਾਬੇ ਨਾਨਕ ਵੱਲ ਮਾਰਨੇ ਚਾਹੇ, ਔਰ ਉੱਪਰ ਬਾਹਾਂ ਚੱਕੀਆਂ, ਤੇ ਬਾਬਾ ਜੀ ਕਹਿੰਦੇ ਓਂਕਾਰ। ਬਸ ਇੰਨਾ ਕਹਿਣਾ ਸੀ ਕਿ ਜਿੰਨੇ ਚੇਲੇ ਸੀ ਲੱਕੜ ਦੇ ਬੁੱਤਾਂ ਵਾਂਗੂ ਬਣ ਗਏ। ਉਹਨਾਂ ਦੀਆਂ ਬਾਹਾਂ ਉੱਤੇ ਹੀ ਆਕੜ ਗਈਆਂ। ਹੁਣ ਬਾਹਾਂ ਚੱਲਣ ਨਾ, ਹੱਥ ਚੱਲਣ ਨਾ, ਡਲੇ ਹੱਥਾਂ 'ਚ ਫੜੇ ਰਹਿ ਗਏ। ਕੱਲਾ ਉਹਨਾਂ ਜਿਹੜਾ ਪੀਰ ਸੀਗਾ ਉਹੀ ਬੋਲਣ ਜੋਗਾ ਰਹਿ ਗਿਆ, ਬਾਕੀ ਸਭ ਸੁੰਨ ਮੁੰਨ ਨਗਰੀ ਭਈ।
ਸਾਰੇ ਸੁੰਨ ਮੁੰਨ ਕਰਤੇ, ਸਾਰੇ ਚੇਲੇ ਬਾਲ ਕੇ ਉਹਦੇ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ, ਸੁੰਨ ਮੁੰਨ ਨਗਰੀ ਪਈ। ਤੇ ਜਿਸ ਵੇਲੇ ਗੁਰੂ ਪਿਆਰਿਓ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਕੌਤਕ ਕੀਤਾ, ਜਿਹੜਾ ਪੀਰ ਸੀ ਗੁਰੂ ਪਿਆਰਿਓ ਉਹ ਫਿਰ ਕੋਲੇ ਆਇਆ ਬਾਬਾ ਜੀ ਦੇ ਤੇ ਕਹਿਣ ਲੱਗਿਆ, ਤੁਸੀਂ ਸਾਡੇ ਇਲਾਕੇ ਦੇ ਵਿੱਚ ਜਿਹੜਾ ਹੈ ਆ ਕੇ ਰਾਗ ਕਿਉਂ ਵਜਾਇਆ? ਧੰਨ ਗੁਰੂ ਨਾਨਕ ਦੇਵ ਜੀ ਨੇ ਫਿਰ ਉਸ ਨੂੰ ਸਾਰਾ ਸਮਝਾਇਆ ਬਈ ਰਾਗ ਦੀ ਕੀ ਗਲਤੀ ਆ, ਰਾਗ ਦੀ ਕੀ ਗਲਤੀ ਆ। ਉਹ ਕਹਿਣ ਲੱਗਿਆ, ਰਾਗ ਹੈ ਜਿਹੜਾ ਇਹ ਬੰਦੇ ਨੂੰ ਵਿਕਾਰਾਂ ਵਿੱਚ ਲੈ ਕੇ ਜਾਂਦਾ, ਵਿਸ਼ੇ ਵਿਕਾਰ ਪੈਦਾ ਹੁੰਦੇ ਆ ਰਾਗਾਂ ਨੂੰ ਸੁਣ ਕੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਰਾਗਾਂ ਦੀ ਗਲਤੀ ਨਹੀਂ, ਇਹ ਗਲਤੀ ਤਾਂ ਗਾਉਣ ਵਾਲੇ ਦੀ ਹੈ, ਵੀ ਉਹ ਗਾਉਂਦਾ ਕੀ ਆ ਰਾਗ ਦੇ ਵਿੱਚ, ਸ਼ਬਦ ਕਿਹੜੇ ਗਾਉਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ। ਇਹ ਘਟਨਾ ਬਗਦਾਦ ਵਿੱਚ ਵਰਤੀ ਸੀ। ਬਗਦਾਦ ਦੇ ਬਾਹਰ ਇੱਕ ਨਦੀ ਵਗਦੀ ਆ, ਉਹ ਨਦੀ ਤੇ ਬੈਠੇ ਸੀ ਪਾਤਸ਼ਾਹ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਧੰਨ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ। ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨਾ। ਇਹ ਉਦੋਂ ਘਟਨਾ ਘਟੀ, ਬਾਂਗ ਦੇਣਾ ਜਿਵੇਂ ਇਹ ਵੀ ਬਾਂਗ ਦਿੰਦੇ ਐ, ਇਸੇ ਤਰ੍ਹਾਂ ਅੱਲਾਹੋ। ਤੇ ਜਿਸ ਵੇਲੇ ਡਲੇ ਮਾਰਨ ਲੱਗੇ ਤੇ ਬਾਬਾ ਜੀ ਕਹਿੰਦੇ ਓਂਕਾਰ। ਜਦੋਂ ਐਦਾਂ ਕਿਹਾ ਗੁਰੂ ਪਿਆਰਿਓ ਤੇ ਸਾਰੇ ਭਾਈ ਸਾਹਿਬ ਜੀ ਲਿਖਦੇ ਆ, ਸੁਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਤੇ ਉਹ ਬਗਦਾਦ ਦਾ ਪੀਰ ਹੈਰਾਨ ਹੋ ਗਿਆ ਵੀ ਆਹ ਕੀ ਕਰਤਾ। ਜਿੰਨੇ ਉਹਦੇ ਚੇਲੇ ਬਾਲ ਕੇ ਸੀ ਲੱਕੜ ਵਾਂਗੂ ਬੁੱਤ ਬਣ ਗਏ ਤੇ ਬਾਹਾਂ ਇੱਥੇ ਹੀ ਆਕੜ ਗਈਆਂ, ਜਿੱਥੇ ਖੜੀਆਂ ਸਨ ਤਾਹਾਂ ਡਲੇ ਚੱਕੇ ਹੋਏ। ਤਾਂ ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਬੜਾ ਮਸਤਾਨਾ। ਤੇ ਫਿਰ ਉਹ ਜਿਹੜਾ ਸੀਗਾ ਪੀਰ ਉਹਨਾਂ ਦਾ, ਉਹ ਬਾਬੇ ਨਾਨਕ ਵੱਲ ਦੇਖਦਾ ਵੀ ਇਹ ਤਾਂ ਬੜਾ ਮਸਤ ਹੈ ਯਾਰ, ਇਹਨੇ ਕੀ ਕਰ ਦਿੱਤਾ। ਪੁੱਛਿਆ ਫਿਰ ਕੇ ਦਸਤਗੀਰ ਕੌਣ ਫੀਰ ਕਿਸਕਾ ਘਰਾਣਾ, ਤੂੰ ਕਿੱਥੋਂ ਆਇਆ, ਤੇਰਾ ਘਰਾਣਾ ਕੀ ਹੈ। ਫਕੀਰਾਂ ਦੇ ਘਰਾਣੇ ਹੁੰਦੇ ਆ, ਵੰਸ਼ਾਂ ਹੁੰਦੀਆਂ, ਜਿਵੇਂ ਕਬੀਰ ਪੰਥੀਏ ਚੱਲ ਰਹੇ ਆ, ਉਹ ਕਬੀਰ ਦਾ ਘਰਾਣਾ, ਫਰੀਦ ਪੰਥੀਏ ਫਰੀਦ ਦਾ ਘਰਾਣਾ। ਇਸੇ ਤਰ੍ਹਾਂ ਰਾਗਾਂ ਵਾਲੇ ਇਹਨਾਂ ਦਾ ਵੀ ਘਰਾਣਾ ਹੁੰਦਾ ਹੈ ਅਤੇ ਇਹਨਾਂ ਫਕੀਰਾਂ ਦਾ ਵੀ ਘਰਾਣਾ ਹੁੰਦਾ। ਕਹਿੰਦਾ ਤੁਹਾਡਾ ਘਰਾਣਾ ਕੀ ਹੈ। ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਹ ਨਾਨਕ ਹੈ ਕਲਯੁਗ ਦੇ ਵਿੱਚ ਜੋ ਆਇਆ, ਇਹ ਰੱਬ ਦਾ ਫਕੀਰ ਹੈ ਜੋ ਸਭ ਨੂੰ ਇੱਕੋ ਸਮਝਦਾ ਹੈ। ਤੇ ਉਸ ਵੇਲੇ ਗੁਰੂ ਪਿਆਰਿਓ ਫਿਰ ਪੀਰ ਨੇ ਪੁੱਛਿਆ ਬਈ ਤੂੰ ਸਾਡੇ ਇਲਾਕੇ ਦੇ ਵਿੱਚ ਆ ਕੇ ਇਹ ਵੱਡੀ ਕਰਾਮਾਤ ਵਿਖਾਈ ਹੈ। ਪੁੱਛਿਆ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਪਾਤਾਲਾ ਆਕਾਸ਼ ਲਖ ਓੜਕ ਭਾਰੀ ਖਬਰ ਸੁਣਾਈ। ਕਹਿੰਦੇ ਤੁਸੀਂ ਸਾਡੇ ਇਲਾਕੇ ਵਿੱਚ ਆ ਕੇ ਰਾਗ ਕਿਉਂ ਵਜਾਇਆ। ਪਾਤਸ਼ਾਹ ਕਹਿੰਦੇ ਰਾਗ ਦੀ ਗਲਤੀ ਨਹੀਂ, ਸਾਜ਼ ਦੀ ਗਲਤੀ ਨਹੀਂ, ਤੁਹਾਡੇ ਕੋਲੇ ਬਾਟੀ ਹੈ, ਬਾਟਾ ਕੌਲਾ ਹੈ, ਤੁਸੀਂ ਉਹਦੇ ਵਿੱਚ ਜ਼ਹਿਰ ਪਾ ਕੇ ਖਾਓਗੇ ਤੇ ਫਿਰ ਕੌਲੇ ਦੀ ਕੀ ਗਲਤੀ ਹੈ। ਬਈ ਕਹੋ ਸਤਨਾਮ ਸ੍ਰੀ, ਬਰਤਨ ਦੀ ਕੀ ਗਲਤੀ ਹੈ। ਉਸੇ ਬਰਤਨ ਵਿੱਚ ਸਮੁੰਦਰ ਵੀ ਪਾ ਕੇ ਪੀਤਾ ਜਾ ਸਕਦਾ ਹੈ, ਅੰਮ੍ਰਿਤ ਵੀ ਪਾ ਕੇ ਪੀਤਾ ਜਾ ਸਕਦਾ। ਜੇ ਕੋਈ ਜ਼ਹਿਰ ਪਾ ਕੇ ਪੀਵੇ ਤੇ ਫਿਰ ਕਿਸੇ ਦੀ ਕੀ ਗਲਤੀ ਆ। ਇਹਨਾਂ ਬਾਜੀਆਂ ਨਾਲ, ਇਹਨਾਂ ਸਾਜ਼ਾਂ ਨਾਲ ਜੇ ਕੋਈ ਲੱਚਰ ਗਾਣੇ ਗਾਵੇ ਤੇ ਫਿਰ ਬਾਜਿਆਂ ਦੀ ਕੀ ਗਲਤੀ ਆ। ਬਈ ਕਹੋ ਸਤਨਾਮ, ਰਾਗ ਦੀ ਕੀ ਗਲਤੀ ਆ। ਧੰਨ ਗੁਰੂ ਨਾਨਕ ਨੇ ਬੜੇ ਪਿਆਰ ਨਾਲ ਸਮਝਾਇਆ। ਕਹਿੰਦੇ ਰਾਗ ਦੀ ਗਲਤੀ ਨਹੀਂ, ਰਾਗ ਵਿੱਚ ਅੱਖਰ ਕਿਹੜੇ ਪਾ ਰਹੇ ਹੋ। ਕੀ ਪੜ੍ਹਿਆ ਸੀ ਆਪਾਂ, ਨਿਰਮਲ ਬਾਜੈ ਅਨਹਦ ਧੁਨ ਬਾਣੀ, ਪਵਿੱਤਰ ਸ਼ਬਦ ਜਿਹੜੇ ਗੁਰੂਆਂ ਨੇ, ਪੀਰਾਂ ਅਵਤਾਰਾਂ ਨੇ, ਪੈਗੰਬਰਾਂ ਨੇ ਸਾਨੂੰ ਦਿੱਤੇ, ਇਹ ਨਿਰਮਲ ਬਾਣੀ ਹੈ। ਪਾਤਸ਼ਾਹ ਜੀ ਕਹਿੰਦੇ ਇਸ ਦੀ ਕੋਈ ਗਲਤੀ ਨਹੀਂ ਹੈ। ਤਾਂ ਉਹਨਾਂ ਨੂੰ ਸਮਝਾਇਆ ਵੀ ਰਾਗ ਤਾਂ ਪਰਮੇਸ਼ਰ ਨਾਲ ਵੀ ਜੋੜ ਸਕਦਾ ਹੈ, ਜੇ ਇਹਨਾਂ ਸਾਜ਼ਾਂ ਦੇ ਰਾਹੀਂ ਅਸੀਂ ਸ਼ਬਦ ਗਾਈਏ ਪਰਮੇਸ਼ਰ ਦੇ, ਅੱਲਾ ਦੇ। ਕਹਿੰਦਾ ਜੀ ਫਿਰ ਤੁਸੀਂ ਦੂਜਾ ਕੁਫਰ ਤੋਲਿਆ। ਪਤਾਲਾ ਆਕਾਸ਼ ਲਖ ਓੜਕ ਭਾਰੀ ਖਬਰ ਸੁਣਾਈ। ਤੁਸੀਂ ਕਿਹਾ ਪਤਾਲ ਹੀ ਪਤਾਲ ਹੈ, ਆਕਾਸ਼ ਹੀ ਆਕਾਸ਼ ਹੈ।
ਸਾਡੇ ਮੁਹੰਮਦ ਸਾਹਿਬ ਨੇ ਤਾਂ 14 ਤਬ ਕਹੇ ਆ, 7 ਪਤਾਲ ਤੇ 7 ਆਕਾਸ਼ ਕਹੇ ਆ। ਤੁਸੀਂ ਇਹ ਝੂਠ ਬੋਲਿਆ ਐਡਾ ਵੱਡਾ। ਬਾਬਾ ਜੀ ਕਹਿੰਦੇ ਅਸੀਂ ਝੂਠ ਨਹੀਂ ਬੋਲਿਆ, ਜਿੰਨਾ ਕੁ ਉਹਨੇ ਜਾਣਿਆ ਉਹਨੇ ਦੱਸਦਾ, ਜਿੰਨਾ ਕੁ ਅਸੀਂ ਜਾਣਿਆ ਅਸੀਂ ਕਹਿਤਾ। ਉਹ ਕਹਿੰਦਾ ਸਾਨੂੰ ਵਿਖਾਓ। ਪਾਤਸ਼ਾਹ ਕਹਿੰਦੇ ਤੇਰਾ ਚੇਲਾ ਦੇ ਇੱਕ। ਤਾਂ ਗੁਰੂ ਪਿਆਰਿਓ ਫਿਰ ਉਸ ਫਕੀਰ ਦਾ ਇੱਕ ਚੇਲਾ ਲਿਆ। ਫਿਰ ਦੁਰਾਇਣ ਦਸਤਗੀਰ ਅਸੀਂ ਵੀ ਵੇਖਾਂ ਜੋ ਤੋਹੇ ਪਾਈ, ਸਾਨੂੰ ਦੱਸ ਫਿਰ ਦਿਖਾ ਜੇ ਤੂੰ ਕਹਿਣਾ ਪਤਾਲ ਬਹੁਤ ਹੈ ਆਕਾਸ਼ ਬਹੁਤ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਤੇਰਾ ਇੱਕ ਚੇਲਾ ਦੇ। ਲੀਤਾ ਬੇਟਾ ਪੀਰ ਦਾ ਚੇਲਾ ਬੇਟਾ ਹੁੰਦਾ, ਚੇਲਾ ਬੇਟਾ ਹੀ ਹੁੰਦਾ। ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਕੋਈ ਸਤਨਾਮ ਸੀ। ਉਹਦਾ ਇੱਕ ਚੇਲਾ ਉਹਦਾ ਬੇਟਾ ਲਿਆ। ਅੱਖੀ ਮੀਟ ਗਿਆ ਹਵਾਈ, ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਦਾ ਹੱਥ ਫੜਿਆ, ਉਹਦੇ ਨੇਤਰ ਬੰਦ ਕਰਾਏ ਤੇ ਆਪਣੇ ਬੰਦ ਕੀਤੇ, ਤੇ ਧਿਆਨ ਜੋੜ ਕੇ ਉਹਦੀ ਸੁਰਤ ਨੂੰ ਕੱਢ ਕੇ ਲੈ ਗਏ ਆਕਾਸ਼ਾਂ ਦੇ ਵਿੱਚ। ਕੋਈ ਸਤਨਾਮ ਸੀ। ਔਰ ਲੱਖ ਆਕਾਸ਼ ਪਹਿਲਾਂ ਉਹਨੂੰ ਆਕਾਸ਼ ਦਿਖਾਏ। ਉਹ ਬੱਚਾ ਕਹਿਣ ਲੱਗਿਆ ਮਹਾਰਾਜ ਇਹਦਾ ਮੁੱਕਦੇ ਹੀ ਨਹੀਂ, ਹੋਰ ਤੇ ਹੋਰ ਨਿਕਲ ਹੀ ਜਾਂਦੇ ਆ ਗੋਭੀ ਦੇ ਪੱਤਿਆਂ ਵਾਂਗੂ। ਬਾਬਾ ਜੀ ਕਹਿੰਦੇ ਮੈਂ ਪਹਿਲੇ ਕਿਹਾ ਵੀ ਪਤਾਲਾ ਪਤਾਲ ਲੱਖੇ ਆਗਾਸਾਂ ਆਗਾਸ, ਉਹ ਭਾਲ ਥੱਕੇ ਓੜਕ, ਅੰਤ ਕੋਈ ਨਹੀਂ ਆਉਂਦਾ ਗਾ। ਕਹਿੰਦੇ ਚਲੋ ਜੀ ਪਤਾਲ ਦਿਖਾਓ। ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵੀ ਸਭ ਦੇ ਖਿਲਾਈ। ਉਧਰ ਤਾਂ ਉਹਨੂੰ ਲੱਗਿਆ ਕਿ ਬਹੁਤ ਸਮਾਂ ਲੱਗ ਗਿਆ, ਪਰ ਇੱਧਰ ਅੱਖਾਂ ਦੇ ਝਪਕਣ ਜਿੰਨੇ ਸਮੇਂ ਦੇ ਵਿੱਚ ਉਸ ਨੂੰ ਇਹ ਸਾਰੀ ਯਾਤਰਾ ਕਰਵਾ ਦਿੱਤੀ। ਕਹੋ ਸਤਨਾਮ ਸ੍ਰੀ। ਤਾਂ ਫਿਰ ਕੀ ਹੋਇਆ? ਭਰ ਕਾ ਚਕੌਲ ਪ੍ਰਸ਼ਾਦ ਦਾ ਇੱਕ ਥਾਂ ਤੇ ਗਏ ਤੇ ਉੱਥੇ ਸਤਸੰਗ ਚੱਲ ਰਹੀ ਸੀ, ਤੇ ਉੱਥੋਂ ਕਹਿੰਦੇ ਪੀਰ ਦੀ ਤਸੱਲੀ ਕਰਾਉਣ ਵਾਸਤੇ ਉੱਥੋਂ ਕੜਾਹ ਪ੍ਰਸ਼ਾਦ ਵੀ ਲਿਆਂਦਾ। ਕਚਕੌਲ ਕਹਿੰਦੇ ਆ ਜਿਹੜੇ ਪੱਤਿਆਂ ਦੇ ਬਾਟੇ ਹੁੰਦੇ ਆ। ਕੋਈ ਸਤਨਾਮ ਸੀ। ਕੱਚਾ ਕੌਲ ਭਾਵ ਆ ਜਿਵੇਂ ਆਪਾਂ ਬਣਾਏ ਆਹ ਦੇਗ ਪਾਉਣ ਵਾਸਤੇ ਬਰਤਨ ਪੱਤਿਆਂ ਦੇ, ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਉੱਥੋਂ ਕਹਿੰਦੇ ਪ੍ਰਸ਼ਾਦ ਵੀ ਲਿਆਂਦਾ। ਭਰ ਕਾ ਚਕੌਲ ਪ੍ਰਸ਼ਾਦ ਦਾ ਧਰੋ ਪਤਾਲੋਂ ਲਈ ਕੜਾਹੀ। ਕੜਾਹੀ ਕਹਿੰਦੇ ਆ ਦੇਗ ਨੂੰ। ਕੜਾਹੀ ਦਾ ਮਤਲਬ ਇਹ ਵੀ ਕਿ ਉੱਥੋਂ ਕੜਾਹੀ ਲੋਹੇ ਦੀ ਚੱਕ ਕੇ ਲਿਆਏ। ਕੜਾਹੀ ਅਸੀਂ ਪ੍ਰਸ਼ਾਦ ਨੂੰ ਕਹਿੰਦੇ ਹਾਂ। ਕਈ ਵਾਰੀ ਬੀਬੀਆਂ ਘਰਾਂ 'ਚ ਕਹਿੰਦੀਆਂ ਆਪਾਂ ਬਾਬੇ ਦੀ ਕੜਾਹੀ ਕਰਨੀ ਆ। ਉਹ ਕੜਾਹੀ ਥੋੜ੍ਹਾ ਘੋਲ ਦਿੰਦੀਆਂ, ਕੜਾਹੀ ਦੇ ਵਿੱਚ ਦੇਗ ਬਣਾਉਂਦੀਆਂ, ਚੌਲ ਬਣਾਉਂਦੀਆਂ, ਕੁਛ ਵੀ ਬਣਾਉਂਦੀਆਂ, ਉਹਨੂੰ ਕਹਿੰਦੇ ਕੜਾਹੀ। ਭਾਵ ਉੱਥੋਂ ਪ੍ਰਸ਼ਾਦ ਲਿਆ। ਜ਼ਾਹਰ ਕਲਾ ਨਾ ਛੁਪੈ ਛੁਪਾਈ, ਇਉਂ ਬਾਬੇ ਨਾਨਕ ਨੇ ਆਪਣੀ ਕਲਾ ਜਿਹੜੀ ਆ ਉਹਨੂੰ ਵਿਖਾਈ ਤੇ ਦੱਸ ਦਿੱਤਾ ਵੀ ਹਾਂ। ਤੇ ਚੇਲੇ ਨੂੰ ਪੁੱਛਿਆ ਵੀ ਹਾਂ ਪੁੱਤ ਕੀ ਵੇਖ ਕੇ ਆਇਆ? ਕਹਿੰਦਾ ਪੁੱਛੋ ਨਾ ਮਹਾਰਾਜ, ਨਾ ਤਾਂ ਆਕਾਸ਼ ਮੁੱਕੇ ਨਾ ਪਤਾਲ ਮੁੱਕੇ। ਕਹੋ ਸਤਨਾਮ ਸੀ। ਗੱਲ ਸਹੀ ਹੈ ਇਹਨਾਂ ਦੀ। ਇਸ ਕਰਕੇ ਗੱਲ ਚੱਲੀ ਸੀ ਕਿ ਨਿਰਮਲ ਬਾਣੀ ਕਿਹੜੀ ਆ, ਕਿਹੜੀ ਬਾਣੀ ਆ ਜਿਹੜੀ ਸਾਡੀ ਮੱਤ ਨੂੰ ਸਹੀ ਕਰਦੀ ਆ, ਤੇ ਕਿਹੜੀ ਬਾਣੀ ਆ ਜਿਹੜੀ ਖਰਾਬ ਕਰਦੀ ਆ। ਉਹ ਲੱਚਰ ਗਾਣੇ ਆ, ਉਹ ਸਾਜ਼ਾਂ ਵਿੱਚ ਪਾ ਕੇ ਆ ਕਲਾਕਾਰ ਲੋਕ ਗਾਉਂਦੇ ਹੀ ਆ ਨਾ। ਨੌਜਵਾਨਾਂ ਨੂੰ ਲੜਕੀਆਂ ਨੂੰ ਕੁਰਾਹੇ ਪਾਉਂਦੀ ਆ, ਉਹ ਗੱਲ ਉਹਨਾਂ ਦੀ। ਕਹੋ ਸਤਨਾਮ ਸ੍ਰੀ। ਪਰ ਗੁਰਬਾਣੀ ਜਿਹੜੀ ਹੈ, ਧਿਆਨ ਦਿਓ, ਨਿਰਮਲ ਵਾਜੇ ਅਨਹਦ ਬਾਣੀ, ਇਹ ਜਿਹੜੀ ਪਵਿੱਤਰ ਬਾਣੀ ਹੈ, ਜਿਹੜੀ ਗੱਲਾਂ ਨਾ ਕਰਿਆ ਕਰੋ ਇੱਥੇ। ਮਾਰੇ ਇੱਥੇ ਗੱਲਾਂ ਨਾ ਕਰਿਆ ਕਰੋ। ਇਹ ਸਤਸੰਗ ਚੱਲ ਰਹੀ ਹੈ, ਤੁਸੀਂ ਆਪਦੀ ਗੱਲ ਮੰਨ ਲੈਂਦੇ ਹੋ। ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਸੀ ਨਿਰਮਲ ਵਾਜੈ ਅਣਹਦ ਧੁਨ ਬਾਣੀ। ਜਦੋਂ ਇਹ ਪਵਿੱਤਰ ਬਾਣੀ ਅਸੀਂ ਗਾਵਾਂਗੇ ਤਾਂ ਇਹਨੇ ਸਾਡੇ ਦਿਮਾਗ ਨੂੰ ਸੈੱਟ ਕਰਨਾ। ਤੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਵਿਸ਼ੇ 'ਤੇ ਬੜੀ ਸੁੰਦਰ ਗੱਲ ਕਹਿੰਦੇ ਹੈ, ਹਰ ਜਸ ਕਰਤੇ ਬਾਤ ਚਲਾਵੈ, ਕਹੈ ਗੋਬਿੰਦ ਸਿੰਘ ਨੰਦ ਲਾਲ ਜੀ ਜਮ ਧੱਕੇ ਖਾਵੈ। ਹਰੀ ਦੇ ਜਸ ਕਰਦਿਆਂ ਹੋਇਆਂ ਜੇ ਕੋਈ ਵਿੱਚ ਆਪਦੀਆਂ ਗੱਲਾਂ ਚਲਾਵੇ ਤੇ ਫਿਰ ਉਹ ਗਲਤ ਆ। ਖੈਰ ਆਪਾਂ ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਿਰਮਲ ਵਾਜੈ ਅਨਹਦ ਧੁਨ ਬਾਣੀ, ਦਰ ਸੱਚੈ ਸ਼ੋਭਾ ਪਾਵਣੀਆਂ। ਇਸ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਸਾਨੂੰ ਹਰ ਥਾਂ 'ਤੇ ਸਤਿਕਾਰ ਮਿਲੇਗਾ, ਤੇ ਉਹਨਾਂ ਗਾਣਿਆਂ ਨਾਲ ਜੁੜ ਕੇ ਸਾਨੂੰ ਬੇਅਦਬੀ ਮਿਲੇਗੀ। ਕਹੋ ਸਤਨਾਮ ਸ੍ਰੀ। ਲੱਚਰਤਾ ਦੇ ਨਾਲ ਜੁੜ ਕੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਇਸ ਜੀਵਨ ਨੂੰ ਵਧੀਆ ਬਣਾਇਆ ਜਾ ਸਕਦਾ ਨਿਰਮਲ ਬਾਣੀ ਨਾਲ ਜੁੜ ਕੇ।
ਨਿਰਮਲ ਵਾਜੈ ਅਨਹਦ ਧੁਨ ਬਾਣੀ, ਦਰ ਸੱਚੈ ਸ਼ੋਭਾ ਪਾਵਣਿਆ। ਉਹਨਾਂ ਨੂੰ ਇੱਥੇ ਵੀ ਤੇ ਉੱਥੇ ਦਰਗਾਹ ਵਿੱਚ ਵੀ ਸ਼ੋਭਾ ਵਡਿਆਈ ਮਿਲਦੀ ਆ। ਨਿਰਮਲ ਤੇ ਸਭ ਨਿਰਮਲ ਹੋਵੇ, ਚੰਗੀ ਸੰਗਤ ਹੀ ਸਾਨੂੰ ਚੰਗੇ ਬਣਾ ਸਕਦੀ ਆ, ਤੇ ਮਾੜੀ ਸੰਗਤ ਸਾਨੂੰ ਮਾੜੇ ਬਣਾਵੇਗੀ। ਸੰਗਤ ਦਾ ਅਸਰ ਹੁੰਦਾ ਮਨੁੱਖ ਦੇ ਉੱਤੇ। ਨਿਰਮਲ ਤੇ ਸਭ ਨਿਰਮਲ ਹੋਵੇ, ਚੰਗੀ ਸੰਗਤ ਸਾਨੂੰ ਚੰਗੇ ਬਣਾਉਂਦੀ ਆ। ਨਿਰਮਲ ਮਨੁਆ ਹਰ ਸ਼ਬਦ ਪਰੋਵੈ, ਤੇ ਨਿਰਮਲ ਕੀ ਹੈ? ਜਦੋਂ ਸਾਡਾ ਮਨ ਬਾਣੀ ਨਾਲ ਜੁੜਦਾ ਹੈ ਤੇ ਆਪਣੇ ਹਿਰਦੇ ਦੇ ਅੰਦਰ ਹਰੀ ਦੇ ਸ਼ਬਦਾਂ ਨੂੰ ਪਰੋਂਦਾ ਭਾਵ ਵਾਹਿਗੁਰੂ ਮੰਤਰ ਦਾ ਜਾਪ ਕਰਦਾ, ਪਰਮੇਸ਼ਰ ਦੇ ਨਾਮ ਦਾ ਜਾਪ ਕਰਦਾ। ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਪਰੋਵੈ। ਨਿਰਮਲ ਨਾਮ ਲੱਗੇ ਵਣ ਭਾਗੀ, ਜਿਹੜੇ ਇਸ ਪਵਿੱਤਰ ਨਾਮ ਨਾਲ ਜੁੜ ਜਾਣਗੇ ਉਹ ਵੱਡੇ ਭਾਗਾਂ ਵਾਲੇ ਹਨ। ਨਿਰਮਲ ਨਾਮ ਸੁਹਾਵਣੇ ਆ, ਕਿਉਂਕਿ ਇਹ ਨਿਰਮਲ ਨਾਮ ਉਹਨਾਂ ਦੇ ਹਿਰਦੇ ਵਿੱਚ ਵਸ ਗਿਆ। ਉਹ ਸੋਹਣੇ ਲੱਗਦੇ ਆ ਕਿਉਂਕਿ ਹਰੀ ਦਾ ਨਾਮ ਸੋਹਣਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਣ ਜਪਿਓ ਗੁਰਮੰਤ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਨੇ ਗੁਰੂ ਦੇ ਮੰਤਰ ਨੂੰ ਜਪਣਾ ਕੀਤਾ ਉਹ ਵੀ ਅਮਰ ਹੋ ਗਏ, ਕਿਉਂਕਿ ਗੁਰੂ ਦਾ ਪਰਮੇਸ਼ਰ ਦਾ ਨਾਮ ਅਮਰ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਨਾਮ ਰਹੇਗਾ, ਨਾਮ ਜਪਣ ਵਾਲੇ ਰਹਿਣਗੇ, ਨਾਮ ਵਾਲਾ ਪਰਮੇਸ਼ਰ ਰਹੇਗਾ, ਨਾਮ ਚ ਪਾਉਣ ਵਾਲਾ ਗੁਰੂ ਵੀ ਰਹੇਗਾ। ਜਿਵੇਂ ਭਗਤ ਮਸ਼ਹੂਰ ਹੋ ਗਏ, ਅਮਰ ਹੋ ਗਏ, ਜਿਸ ਤਰ੍ਹਾਂ ਗੁਰੂਆਂ ਨੇ ਸਾਨੂੰ ਜੋ ਦੱਸਿਆ ਉਹ ਅੱਜ ਤੱਕ ਅਮਰ ਹੈ ਬਾਣੀ ਦੇ ਰੂਪ ਦੇ ਵਿੱਚ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਨਿਰਮਲ ਨਾਮ ਲੱਗੇ ਵਡਭਾਗੀ, ਨਿਰਮਲ ਨਾਮ ਸੁਹਾਵਣੇ ਆ, ਉਹ ਸੋਹਣੇ ਲੱਗਦੇ ਹਨ ਨਿਰਮਲ ਪਵਿੱਤਰ ਨਾਮ ਦੇ ਨਾਲ ਜੁੜ ਕੇ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਜੋ ਇਸ ਬਾਣੀ ਨਾਲ ਜੁੜਦੇ ਹਨ ਉਹ ਸੋਹਣੇ ਲੱਗਦੇ ਆ। ਸੋ ਨਿਰਮਲ ਜੋ ਸ਼ਬਦੇ ਸੋ ਹੈ, ਜੋ ਨਾਮ ਜਪਦੇ ਹਨ ਸੋਹਣੇ ਲੱਗਦੇ ਹਨ। ਨਿਰਮਲ ਨਾਮ ਮਨ ਤਨ ਮੋਹ ਹੈ। ਹੌਲੀ ਹੌਲੀ ਇਹ ਪਵਿੱਤਰ ਨਾਮ ਹੈ ਜਿਹੜਾ, ਜਾਂ ਪਵਿੱਤਰ ਬਾਣੀ ਹੈ ਜਿਹੜੀ ਸਾਡੇ ਮਨ ਤੇ ਤਨ ਨੂੰ ਮੋਹ ਲੈਂਦੀ ਆ। ਜਿਵੇਂ ਸਤਿਗੁਰਾਂ ਦੇ ਬਚਨਾਂ ਨੇ ਭਾਈ ਮਰਦਾਨਾ ਜੀ ਨੂੰ ਮੋਹ ਲਿਆ, ਔਰ ਫਿਰ ਸਾਰੀ ਜ਼ਿੰਦਗੀ ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਨਾਲ ਹੀ ਲਾ ਦਿੱਤੀ। ਇਸ ਤਰ੍ਹਾਂ ਇਹ ਬਾਣੀ ਸਾਡੇ ਮਨ ਨੂੰ, ਸਾਡੇ ਤਨ ਨੂੰ ਮੋਹ ਕੇ ਆਪਣੇ ਨਾਲ ਜੋੜ ਲੈਂਦੀ ਹੈ। ਹੌਲੀ ਹੌਲੀ ਇਸ ਬਾਣੀ ਦਾ ਅਸਰ, ਨਿਰਮਲ ਪਵਿੱਤਰ ਬਾਣੀ ਦਾ ਅਸਰ ਜਿਹੜਾ ਮਨੁੱਖ 'ਤੇ ਹੋ ਜਾਂਦਾ ਤੇ ਮਨੁੱਖ ਬਾਣੀ ਨਾਲ ਜੁੜ ਜਾਂਦਾ। ਨਿਰਮਲ ਨਾਮ ਮਨ ਤਨ ਮੋਹ ਹੈ, ਸੱਚ ਨਾਮ ਮਲ ਕਦੇ ਨਾ ਲਾਗੈ। ਇਹ ਜੋ ਪਰਮੇਸ਼ਰ ਦਾ ਸੱਚਾ ਨਾਮ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨੂੰ ਕਦੇ ਵੀ ਮੈਲ ਨਹੀਂ ਲੱਗਦੀ, ਇਹ ਗੰਦਾ ਨਹੀਂ ਹੁੰਦਾ। ਜਿਸ ਤਰ੍ਹਾਂ ਸਾਬਣ ਜਿਹੜੀ ਆ ਉਹ ਕਦੇ ਗੰਦੀ ਨਹੀਂ ਹੁੰਦੀ, ਕੱਪੜੇ ਗੰਦੇ ਹੁੰਦੇ ਆ ਤੇ ਸਾਬਣ ਲਾਈਏ ਤੇ ਧੋਤੇ ਜਾਂਦੇ ਆ। ਨਾਮ ਨਾ ਮੈਲਾ ਹੋਏ, ਬਾਣੀ ਦਾ ਵਚਨ ਹੈ। ਪੁਰਾਣੇ ਸਮਿਆਂ ਦੇ ਵਿੱਚ ਧਰਮ ਦੇ ਮੁਖੀਆਂ ਨੇ, ਬ੍ਰਾਹਮਣ ਲੋਕਾਂ ਨੇ, ਗੁਰੂ ਪਿਆਰਿਓ, ਉਸ ਵੇਲੇ ਆਮ ਜਨਤਾ ਨੂੰ ਸ਼ੂਦਰ ਕਹਿ ਕਹਿ ਕੇ ਮੰਦਰਾਂ ਤੋਂ ਦੂਰ ਕੀਤਾ। ਤੇ ਕੀ ਕਹਿੰਦੇ ਸੀ? ਤੁਸੀਂ ਮੰਦਰ ਭਿੱਟ ਦਿਓਗੇ। ਤੇ ਜਿਹੜਾ ਨਾਮ ਮੈਲਾ ਹੀ ਹੋ ਗਿਆ ਉਹ ਨਾਮ ਥੋੜ੍ਹਾ ਹੀ ਆ। ਕੋਈ ਸਾਬਣ ਕਦੇ ਮੈਲੀ ਹੋਈ ਆ? ਕਦੇ ਸਾਬਣ ਨੂੰ ਸਾਫ਼ ਕਰਨ ਵਾਸਤੇ ਕੋਈ ਹੋਰ ਚੀਜ਼ ਲਿਆਂਦੀ ਆ ਆਪਾਂ? ਸਾਬਣ ਨਹੀਂ ਮੈਲੀ ਹੁੰਦੀ, ਕੱਪੜਾ ਮੈਲਾ ਹੁੰਦਾ ਤੇ ਸਾਬਣ ਦੇ ਨਾਲ ਸਾਫ਼ ਹੁੰਦਾ ਹੈ। ਨਾਮ ਹੈ ਜਿਹੜਾ ਇਹ ਹਮੇਸ਼ਾ ਨਿਰਮਲ ਹੈ, ਇਹ ਕਦੇ ਮੈਲਾ ਨਹੀਂ ਹੁੰਦਾ, ਮਲ ਰਹਿਤ ਹੈ, ਇਹਨੂੰ ਮੈਲ ਲੱਗਦੀ ਨਹੀਂ। ਨਾਮ ਨਾ ਮੈਲਾ ਹੋਏ, ਸਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਨਾ ਪਰਮੇਸ਼ਰ ਮੈਲਾ ਹੁੰਦਾ ਨਾ ਪਰਮੇਸ਼ਰ ਦਾ ਨਾਮ ਮੈਲਾ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸੱਚ ਨਾਮ ਮਲ ਕਦੇ ਨਾ ਲਾਗੈ, ਮੁਖ ਉਜਲ ਸੱਚ ਕਰਾਵਣਿਆ। ਇਹ ਤਾਂ ਸਾਡੇ ਮੁਖ ਵੀ ਉਜਲ ਕਰਦੀ ਆ। ਭਾਵ ਬਾਹਰੀ ਤੌਰ ਤੇ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇ। ਸਰੀਰ ਤੇ ਮਿੱਟੀ ਲੱਗੀ ਤੇ ਪਾਣੀ ਨਾਲ ਲੈ ਜਾਂਦੀ ਆ। ਭਰੀਐ ਮਤ ਪਾਪਾਂ ਕੈ ਸੰਗ,
ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ। ਤੇ ਜੇ ਕੱਪੜੇ ਸਾਡੇ ਗੰਦੇ ਹੋ ਜਾਣ ਤੇ ਉਹ ਸਾਬਣ ਤੇ ਪਾਣੀ ਨਾਲ ਸਾਫ਼ ਹੋ ਜਾਂਦੇ ਆ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਇਸ ਕਰਕੇ ਨਾਮ ਜਿਹੜਾ ਉਹ ਸਾਬਣ ਹੈ ਜਿਹੜੀ ਸਾਡੀ ਮਤ ਨੂੰ ਸਾਫ਼ ਕਰਦੀ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੱਚ ਨਾਮ ਮਲ ਕਦੇ ਨਾ ਲਾਗੈ ਮੁਖ ਉਜਲ ਸੱਚ ਕਰਾਵਣਿਆ। ਫਿਰ ਇਹ ਮੈਲਾ ਹੁੰਦਾ ਕਿਵੇਂ ਆ? ਮਨ ਮੈਲਾ ਹੈ ਦੂਜੈ ਭਾਏ। ਜਦੋਂ ਗੁਰੂ ਨੂੰ ਛੱਡ ਕੇ ਗੁਰੂ ਤੋਂ ਬੇਮੁਖ ਹੁੰਦਾ ਹੈ, ਜਦੋਂ ਮਨ ਮਤ ਕਰਦਾ, ਮਨ ਮਰਜ਼ੀ ਕਰਦਾ, ਜਦੋਂ ਮਾੜੀ ਸੰਗਤ ਕਰਦਾ, ਉਦੋਂ ਸਾਡਾ ਮਨ ਮੈਲਾ ਹੁੰਦਾ। ਤੇ ਮੈਲ ਕਿਹੜੀ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ 5 ਤਰ੍ਹਾਂ ਦੀ ਮੈਲ ਸਾਡੇ ਮਨ ਨੂੰ ਲੱਗਦੀ ਆ। ਈਰਖਾ ਦੀ ਮੈਲ ਲੱਗਦੀ ਆ, ਦੂਈ ਦਵੈਤ ਵਿਸ਼ੇ ਵਿਕਾਰਾਂ ਦੀ ਮੈਲ ਲੱਗਦੀ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਮੈਲਾ ਹੁੰਦਾ ਤੇ ਕਾਹਦੇ ਨਾਲ ਹੁੰਦਾ ਹੈ? ਵਿਸ਼ੇ ਵਿਕਾਰਾਂ ਦੇ ਨਾਲ। ਮਨ ਮੈਲਾ ਹੈ ਦੂਜੈ ਭਾਏ ਮੈਲਾ ਚੌਕਾ ਮੈਲਾ ਥਾਏ। ਚੌਂਕਾ ਰਸੋਈ ਨੂੰ ਕਹਿੰਦੇ ਆ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਇਸ ਤਰ੍ਹਾਂ ਇਹ ਮਨ ਸਾਡਾ ਮੈਲਾ ਹੁੰਦਾ ਜਦੋਂ ਮਾੜੀ ਸੰਗਤ ਕਰਦਾ। ਜਿਸ ਤਰ੍ਹਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕੂੜ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ। ਹੁਣ ਉਹਨਾਂ ਬ੍ਰਾਹਮਣਾਂ ਨੇ ਕੀ ਕਿਹਾ? ਪਿਛਲੇ ਧਰਮ ਦੇ ਮੁਖੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਉਹ ਕਹਿੰਦੇ ਵੀ ਜਿਹੜਾ ਕੁੱਤਾ ਇਹ ਮਾੜਾ ਹੈ। ਔਰ ਮਨੁੱਖ ਦੇ ਵਿੱਚ ਇਹਨਾਂ ਨੇ ਵੰਡੀਆਂ ਪਾਈਆਂ, ਜਾਤਾਂ ਪਾਤਾਂ ਵੰਡੀਆਂ, ਤੇ ਉਹਨਾਂ ਵਿੱਚੋਂ ਇੱਕ ਨੂੰ ਇਹਨਾਂ ਨੇ ਸ਼ੂਦਰ ਕਿਹਾ, ਚੂੜਾ ਕਿਹਾ। ਇਹ ਵੀ ਮਾੜਾ ਹੈ। ਨਾ ਤਾਂ ਕੁੱਤੇ ਨੂੰ ਚੌਂਕੇ 'ਚ ਵੜਨ ਦਿਓ ਤੇ ਨਾ ਹੀ ਉਹ ਮਨੁੱਖ। ਪੁਰਾਣੇ ਸਮਿਆਂ ਦੇ ਵਿੱਚ ਅੱਜ ਤੋਂ 40 ਸਾਲ ਪਹਿਲਾਂ 50 ਸਾਲ ਪਹਿਲਾਂ ਦੇਖਿਆ, ਜਿਹੜੇ ਆਪਣੇ ਸੀਰੀ ਪਾਲੀ ਦਿਹਾੜੀਏ ਹੁੰਦੇ ਸੀ ਨਾ, ਉਹਨਾਂ ਦੀਆਂ ਬਾਟੀਆਂ ਬਾਹਰ ਮਸ਼ੀਨ ਕੋਲੇ ਪਈਆਂ ਹੁੰਦੀਆਂ ਸੀ, ਕੁਤਰੇ ਵਾਲੀ ਮਸ਼ੀਨ ਕੋਲੇ। ਉਹ ਆਪਦੀ ਬਾਟੀ 'ਚ ਦਾਲ ਪਾਉਂਦੇ ਤੇ ਉੱਚੀ ਕਰਕੇ ਲੋਕ ਪਾਉਂਦੇ, ਨਾਲ ਨਾ ਲੱਗ ਜੇ ਭਿੱਟਿਆ ਜਾਵੇਗਾ ਭਾਂਡਾ, ਫਿਰ ਲੱਗ ਜਾਂਦਾ, ਫਿਰ ਉਹਨੂੰ ਅੱਗ 'ਚ ਮਚਾਉਂਦੇ। ਕਹੋ ਸਤਨਾਮ ਸੀ। ਇਹ ਭਰਮ ਸੀ, ਇਹ ਵਹਿਮ ਸੀ ਲੋਕਾਂ ਦੇ ਵਿੱਚ ਪਾਏ ਹੋਏ। ਇੱਦਾਂ ਨਹੀਂ ਮੈਲਾ ਹੁੰਦਾ। ਇਸੇ ਤਰ੍ਹਾਂ ਹੀ ਮਰਾਸਣ, ਇਹਨੂੰ ਵੀ ਸ਼ੂਦਰ ਕਿਹਾ, ਮਰਾਸੀ ਨੂੰ ਸ਼ੂਦਰ ਕਿਹਾ। ਇਹਨਾਂ ਨੂੰ ਚੌਂਕੇ 'ਚ ਨਹੀਂ ਵੜਨ ਦੇਣਾ, ਰਸੋਈ 'ਚ ਨਹੀਂ ਵੜਨ ਦੇਣਾ, ਦੂਰ ਰੱਖੋ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਲਾਲਚ ਕੁੱਤਾ ਹੈ, ਲੱਭ ਕੁੱਤਾ ਕੂੜ ਚੂੜਾ। ਜਿਹੜਾ ਝੂਠ ਬੋਲਦਾ ਭਾਵੇਂ ਬ੍ਰਾਹਮਣ ਵੀ ਕਿਉਂ ਨਾ ਹੋਵੇ, ਉਹ ਚੂੜਾ ਹੈ। ਕਹੋ ਸਤਨਾਮ ਸੀ। ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ। ਠੱਗੀ ਮਾਰ ਕੇ ਖਾਣਾ ਵੀ ਮੁਰਦਾ ਖਾਣ ਦੇ ਬਰਾਬਰ ਹੈ। ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ। ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਜਗਾਏ। ਠੱਗ ਖਾਧਾ ਮੁਰਦਾਰ ਕਲਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਆਏ। ਇੱਕ ਬ੍ਰਾਹਮਣ ਦੇ ਨਾਲ ਗੱਲਬਾਤ ਹੋਈ ਆ। ਉਸ ਨੇ ਆਪਣੇ ਚੌਂਕੇ ਨੂੰ ਪਹਿਲਾਂ ਸਾਫ਼ ਕੀਤਾ ਹੈ, ਫਿਰ ਉਹ 'ਚ ਭੋਜਨ ਤਿਆਰ ਕੀਤਾ, ਫਿਰ ਉਹਦੇ ਬਾਹਰਲੇ ਪਾਸੇ ਇੱਕ ਪਾਣੀ ਦੀ ਲਕੀਰ ਮਾਰੀ ਆ ਗੜਵੀ ਨਾਲ। ਉਹ ਕਹਿੰਦਾ ਹੁਣ ਚੌਂਕਾ ਸੁੱਚਾ ਹੋ ਗਿਆ। ਪਾਤਸ਼ਾਹ ਕਹਿੰਦੇ ਤੇਰੇ ਨਾਲ ਹੀ 4 ਜਣੀਆਂ 'ਚ ਆ ਕੇ ਵੜ ਗਈਆਂ। ਕਿਹੜੀਆਂ? ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਇਹ ਚਾਰੇ ਇਹਦੇ ਵਿੱਚ ਆ ਕੇ ਵੜ ਗਈਆਂ। ਇਹ ਤੇਰਾ ਫਿਰ ਪਿੱਟਿਆ ਗਿਆ। ਕਹੋ ਸਤਨਾਮ। ਭਾਵ ਜੇ ਤੇਰੇ ਅੰਦਰੋਂ ਵਕਾਰ ਨਹੀਂ ਨਿਕਲੇ ਤੇ ਇਕੱਲੇ ਕਰਮਕਾਂਡ ਨਾਲ ਗੱਲ ਨਹੀਂ ਬਣਨੀ। ਇਸ ਕਰਕੇ ਬਾਬਾ ਜੀ ਕਹਿੰਦੇ ਹਨ ਕਿ ਮਨ ਮੈਲਾ ਕਿਵੇਂ ਹੁੰਦਾ ਹੈ? ਮਨ ਮੈਲਾ ਹੈ ਦੂਜੇ ਭਾਏ ਜਦੋਂ ਇਹਦੇ ਵਿੱਚ ਵਕਾਰ ਪੈਦਾ ਹੁੰਦੇ ਹੈ। ਕਿਸੇ ਮਨੁੱਖ ਦਾ ਹੱਥ ਲੱਗਣ ਨਾਲ ਨਹੀਂ ਕੋਈ ਮੈਲਾ ਹੁੰਦਾ ਗਾ। ਕਬੀਰ ਸਾਹਿਬ ਜੀ ਜਾਂਦੇ ਹਨ ਗੰਗਾ ਦੇ ਉੱਤੇ ਇਸ਼ਨਾਨ ਕਰਨ ਵਾਸਤੇ। ਬਨਾਰਸ ਵਿੱਚ ਰਹਿੰਦੇ ਆ, ਨਦੀ ਦੀ ਨਿਆਈ ਉਹ ਵੀ ਜਾਂਦੇ ਆ। ਇੱਕ ਪੰਡਤ ਵੀ ਜਾਂਦਾ ਮੁਕੰਦਾ ਨਾਮ ਦਾ। ਹੁਣ ਮੁਕੰਦਾ ਨਾਮ ਦਾ ਪੰਡਤ ਜਾ ਕੇ ਇਸ਼ਨਾਨ ਕਰ ਰਿਹਾ ਨਦੀ ਵਿੱਚ, ਤੇ ਕਬੀਰ ਸਾਹਿਬ ਵੀ ਉਹਦੇ ਵਿੱਚ ਵੜ ਗਏ। ਪਰ ਕਿਹੜੇ ਪਾਸੇ? ਜਿੱਧਰੋਂ ਪਾਣੀ ਆ ਰਿਹਾ ਸੀ। ਤੇ ਪੰਡਤ ਨੇ ਰੌਲਾ ਪਤਾ, ਹਾਏ ਹਾਏ ਤੂੰ ਗੰਗਾ ਭਿੱਟਤੀ, ਤੂੰ ਨਾ ਪਾਣੀ ਭਿੱਟਤਾ, ਪਾਣੀ ਖਰਾਬ ਕਰਤਾ, ਤੈਨੂੰ ਪਤਾ ਨਹੀਂ ਮੈਂ ਇਸ਼ਨਾਨ ਕਰ ਰਿਹਾ, ਤੂੰ ਇੱਧਰਲੇ ਪਾਸੇ ਕਰ ਲੈਂਦਾ ਜਿੱਧਰ ਪਾਣੀ ਜਾ ਰਿਹਾ। ਕਬੀਰ ਸਾਹਿਬ ਜੀ ਕਹਿੰਦੇ ਕੋਈ ਨਹੀਂ ਪੰਡਤ ਜੀ ਨਹਾ ਲਓ ਤੁਸੀਂ, ਮੈਂ ਬਾਹਰ ਨਿਕਲ ਜਾਣਾ। ਜਿਸ ਵੇਲੇ ਕਬੀਰ ਸਾਹਿਬ ਜੀ ਨਹਾ ਕੇ ਬਾਹਰ ਨਿਕਲੇ ਤੇ ਮੁਕੰਦਾ ਪੰਡਤ ਵੀ ਬਾਹਰ ਨਿਕਲਿਆ, ਤੇ ਜਾਂਦੇ ਹੋਏ ਮੁੜਦੇ ਹੋਏ ਕਬੀਰ ਸਾਹਿਬ ਜੀ ਸੂਰਜ ਵਾਲੇ ਪਾਸੇ ਹੋ ਗਏ।
ਤੇ ਸੂਰਜ ਵਾਲੇ ਪਾਸੇ ਕਬੀਰ ਸਾਹਿਬ ਹੋਏ ਤੇ ਪਰਛਾਵਾਂ ਪੰਡਤ ਤੇ ਪੈ ਗਿਆ, ਉਹਨੇ ਫਿਰ ਰੌਲਾ ਪਾਤਾ, ਤੂੰ ਮੇਰਾ ਇਸ਼ਨਾਨ ਖਰਾਬ ਕਰਤਾ, ਤੂੰ ਮੈਨੂੰ ਭਿੱਟਤਾ ਜੇਬ। ਤੋ ਇਹ ਜਿਹੜੇ ਕਰਮਕਾਂਡ ਉਹਨਾਂ ਲੋਕਾਂ ਦੇ ਬਣਾਏ ਸੀ, ਸਵਾਰਥੀ ਲੋਕਾਂ ਦੇ, ਪਾੜੋ ਤੇ ਰਾਜ ਕਰੋ ਵਾਸਤੇ। ਇਹਨਾਂ ਨੇ ਰਾਜ ਕੀਤਾ ਦੁਨੀਆ ਉੱਤੇ, ਅੱਜ ਵੀ ਉਹ ਕਰ ਰਹੇ ਆ ਆਪਣੀ ਚਲਾਕੀ ਦੇ ਨਾਲ, ਹੁਸ਼ਿਆਰੀ ਦੇ ਨਾਲ। ਪਾੜੋ ਤੇ ਰਾਜ ਕਰੋ ਵਾਲੀ ਕਲਾ ਵਰਤਾਈ ਇਹਨਾਂ ਲੋਕਾਂ ਨੇ, ਦੁਨੀਆ ਨੂੰ ਪਾੜ ਕੇ। ਕਿਸੇ ਨੂੰ ਥੋੜ੍ਹਾ ਥਾਪੜਾ ਤੂੰ ਤਾਂ ਛਤਰੀ ਆ ਬਈ, ਵਾਹ ਬਈ ਵਾਹ, ਤੂੰ ਤਾਂ ਫੌਜੀ ਆ, ਸਾਡੀ ਰਕਸ਼ਾ ਤੂੰ ਕਰਨੀ ਆ। ਤੇ ਕਿਸੇ ਭੋਲੇ ਭਾਲੇ ਆਦੀਵਾਸੀਆਂ ਨੂੰ, ਗਰੀਬਾਂ ਨੂੰ ਕਹਿ ਦਿੱਤਾ ਤੁਸੀਂ ਸ਼ੂਦਰ ਹੋ, ਤੁਸੀਂ ਦੂਰ ਰਹਿਣਾ ਚੌਂਕੇ ਤੋਂ, ਤੁਸੀਂ ਸਾਡੀ ਉਤਾਰ ਪਾਉਣੀ ਆ, ਭਾਵ ਸਾਡੇ ਪੁਰਾਣੇ ਕੱਪੜੇ ਪਾਉਣੇ ਆ, ਸਾਡਾ ਬਚਿਆ ਖੁਚਿਆ ਭੋਜਨ ਖਾਣਾ। ਜਿੱਥੋਂ ਲੰਘਣਾ ਗਲ ਵਿੱਚ ਕੁੱਜਾ ਪਾ ਕੇ ਰੱਖਿਓ, ਉਹਦੇ ਵਿੱਚ ਥੁੱਕਣਾ, ਧਰਤੀ 'ਤੇ ਨਹੀਂ ਥੁੱਕਣਾ, ਕਿਉਂਕਿ ਇੱਥੋਂ ਦੀ ਅਸੀਂ ਬ੍ਰਾਹਮਣਾਂ ਨੇ ਟੱਪਣਾ। ਕਹੋ ਸਤਨਾਮ ਸਿੰਘ। ਔਰ ਆਪਣੇ ਪਿਛਲੇ ਪਾਸੇ ਕਝਾੜੀ ਬੰਨ੍ਹ ਕੇ ਰੱਖੋ ਤਾਂ ਕਿ ਤੁਹਾਡੀਆਂ ਪੈੜਾਂ ਨਾ ਪੈਣ ਧਰਤੀ 'ਤੇ। ਤੇ ਕੱਲੀਆਂ ਧਰਤੀ ਵਾਲੀਆਂ ਪੈੜਾਂ ਢਾਉਣ ਦਾ ਮਕਸਦ ਨਹੀਂ, ਮਕਸਦ ਸੀ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਣ ਦਾ। ਕਹੋ ਸਤਨਾਮ ਸ੍ਰੀ। ਭਾਰਤੀ ਲੋਕ ਨੀਚ ਕਿਉਂ ਬਣੇ? ਗੁਰੂ ਪਿਆਰਿਓ, ਭਾਈ ਸਾਹਿਬ ਇੱਕ ਹੋਏ ਆ ਮੁਕਤਸਰ ਦੇ, ਉਹਨਾਂ ਨੇ ਸਾਰੀ ਇਹ ਡਿਟੇਲ ਇੱਕ ਕਿਤਾਬ ਦੇ ਵਿੱਚ ਲਿਖੀ ਆ, ਭਾਰਤੀ ਲੋਕ ਨੀਚ ਕਿਵੇਂ ਬਣੇ। ਕਹੋ ਸਤਨਾਮ। ਭਾਰਤੀ ਲੋਕਾਂ, ਬਾਹਰਲੇ ਦੇਸ਼ਾਂ ਵਿੱਚ ਇਹ ਚੀਜ਼ਾਂ ਹੈ ਨਹੀਂ ਗੀਆਂ ਜਿੰਨੀਆਂ ਭਾਰਤ ਵਿੱਚ ਆ, ਕਰਮਕਾਂਡ ਪਖੰਡ ਆਦਿ। ਤਾਂ ਮੈਂ ਗੱਲ ਕਰ ਰਿਹਾ ਸੀ ਕਿ ਮਨ ਸਾਡਾ ਮੈਲਾ ਕਿਵੇਂ ਹੋਇਆ। ਨਿਰਮਲਤਾ ਤੇ ਮਲਤਾ ਦੀ ਗੱਲ ਚੱਲ ਰਹੀ ਸੀ। ਮਨ ਮੈਲਾ ਹੈ ਦੂਜੇ ਭਾਏ। ਸਾਡਾ ਮਨ ਮੈਲਾ ਹੁੰਦਾ ਜਦੋਂ ਮਾਲਕ ਨੂੰ ਛੱਡ ਕੇ, ਸੱਚ ਨੂੰ ਛੱਡ ਕੇ ਅਸੀਂ ਝੂਠ ਨਾਲ ਜੁੜਦੇ ਹਾਂ, ਦਵੈਤ ਕਰਦੇ ਹਾਂ, ਈਰਖਾ ਕਰਦੇ ਹਾਂ, ਨਿੰਦਿਆ ਚੁਗਲੀ ਕਰਦੇ ਹਾਂ। ਜਦੋਂ ਵਿਸ਼ੇ ਵਿਕਾਰਾਂ ਵਿੱਚ ਪ੍ਰਵਰਤ ਹੁੰਦੇ ਹਾਂ ਉਦੋਂ ਸਾਡਾ ਮਨ ਮੈਲਾ ਹੁੰਦਾ ਹੈ। ਮੈਲ ਲੱਗਿਆ ਮੈਲਾ ਨਹੀਂ ਹੁੰਦਾ ਮਨ ਸਾਡਾ। ਕਹੋ ਸਤਨਾਮ ਸ੍ਰੀ। ਮਨ ਮੈਲਾ ਹੈ ਦੂਜੇ ਭਾਏ, ਮੈਲਾ ਚੌਂਕਾ ਮੈਲਾ ਥਾਏ। ਤੇ ਫਿਰ ਜਿੰਨੇ ਮਰਜ਼ੀ ਝਾੜੂ ਮਾਰ ਲਓ, ਜਿੰਨੇ ਮਰਜ਼ੀ ਪਾਣੀ ਦੇ ਛਿੱਟੇ ਮਾਰ ਲਓ, ਤੁਹਾਡਾ ਚੌਂਕਾ ਸਾਫ਼ ਹੋ ਹੀ ਨਹੀਂ ਸਕਦਾ। ਇਹ ਤੁਹਾਡਾ ਦਿਮਾਗ ਖਰਾਬ ਹੈ। ਕਹੋ ਸਤਨਾਮ। ਜੇ ਤੁਹਾਡਾ ਦਿਮਾਗ ਮੈਲਾ ਹੈ, ਮਨ ਮੈਲਾ, ਸੋਚ ਮੈਲੀ ਹੈ, ਫਿਰ ਤੁਹਾਡਾ ਕੁਝ ਵੀ ਸੁੱਚਾ ਨਹੀਂ, ਸਭ ਕੁਝ ਝੂਠਾ ਹੈ। ਚੌਂਕਾ ਝੂਠਾ, ਪਾਤਸ਼ਾਹ ਦੇ ਵਚਨ ਲਿਖਿਆ ਇੱਕ, ਚੌਂਕਾ ਵੀ ਝੂਠਾ, ਭੋਜਨ ਝੂਠਾ, ਚੌਂਕਾ ਝੂਠਾ। ਝੂਠੀ ਜਿਹਨੇ ਪਕਾਇਆ, ਝੂਠੀ ਕਰਸੀ ਪਰੋਸਣ ਲੱਗਾ, ਝੂਠੇ ਹੀ ਬੈ ਸਿਖਾਇਆ। ਇਸ ਕਰਕੇ ਪਾਤਸ਼ਾਹ ਨੇ ਉੱਥੇ ਇਹਨਾਂ ਕਰਮਕਾਂਡਾਂ ਨੂੰ ਕੱਟਣਾ ਕੀਤਾ ਹੈ ਆਪਣੇ ਸ਼ਬਦ ਦੇ ਰਾਹੀਂ। ਮਨ ਮੈਲਾ ਹੈ ਦੂਜੇ ਭਾਏ, ਮੈਲਾ ਚੌਂਕਾ ਮੈਲਾ ਥਾਏ। ਮੈਲਾ ਖਾਏ ਫਿਰ ਮੈਲ ਵਧਾਏ। ਮਾੜੀ ਸੋਚ ਅੰਦਰ ਲੈ ਕੇ ਜਾਂਦਾ ਤੇ ਅੰਦਰ ਮੈਲ ਹੋਰ ਵਧੀ ਜਾਂਦੀ ਆ। ਮਨ ਮੁਖ ਮੈਲ ਦੁੱਖ ਪਾਵਣਿਆ। ਇਹ ਮਨ ਮੁਖ ਜਿਹੜਾ ਹੈ ਆਪਣੀ ਮਾੜੀ ਸੋਚ ਕਰਕੇ ਦੁਖੀ ਆ। ਮੈਲ ਤੋਂ ਭਾਵ ਮਾੜੀ ਸੋਚ ਆ ਇੱਥੇ। ਹੁਣ ਮੈਲ ਇੱਥੇ ਕੱਪੜਿਆਂ ਵਾਲੀ ਨਹੀਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਸ਼ੋਆ ਸ਼ਿਆ। ਤੇ ਕਿਹੜੀ ਮੈਲ ਲੱਗੀ ਇਹਨੂੰ ਜਨਮਾਂ ਤੋਂ? ਕੁੱਤੇ ਦੀ ਜੂਨੀ 'ਚੋਂ ਕੋਈ ਟੱਪਿਆ ਤਾਂ ਉਹ ਲਾਲਚੀ ਬਹੁਤ ਆ। ਸ਼ੇਰ ਘਮਿਆਰਾਂ ਦੀ ਜੂਨੀ 'ਚੋਂ ਟੱਪਿਆ ਤੇ ਉਹ ਕ੍ਰੋਧੀ ਹੋ ਗਿਆ, ਹੰਕਾਰੀ ਹੋ ਗਿਆ। ਇਹਨਾਂ ਟੇਢੀਆਂ ਡੂਈਆਂ ਟੱਪਦਾ ਟੱਪਦਾ ਬੰਦਾ ਬਹੁਤ ਮੈਲਾਂ ਚੱਕ ਲਿਆਇਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲ ਕੇ ਬਰੀਆ, ਚਰੰਕਾਲੇ ਦੇ ਸੰਜਰੀਆ। ਉਹ ਮੈਲਾਂ ਅਸੀਂ ਚੱਕ ਲਿਆਏ ਨਾਲ। ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਇਹ ਦੁਖੀ ਆ। ਮਨ ਮੁਖ ਮੈਲ ਦੁੱਖ ਪਾਵਣਿਆ, ਮੈਲੇ ਨਿਰਮਲ ਸਭ ਹੁਕਮ ਸਵਾਏ। ਇਹ ਸਭ ਕੁਝ ਉਹਦੇ ਹੁਕਮ ਦੇ ਅੰਦਰ ਹੋ ਰਿਹਾ। ਜਿਹੋ ਜਿਹਾ ਬੰਦਾ ਕਰਮ ਕਰਦਾ ਉਹੋ ਜਿਹੀ ਇਹਦੇ ਅੰਦਰ ਮੈਲ ਲੱਗ ਜਾਂਦੀ ਹੈ। ਜੇ ਚੰਗੇ ਕਰਮ ਕਰਦਾ ਤੇ ਮੈਲਾਂ ਲੱਥ ਜਾਂਦੀਆਂ। ਮੈਲਾ ਨਿਰਮਲ ਸਭ ਹੁਕਮ ਸਵਾਏ, ਸੇ ਨਿਰਮਲ ਜੋ ਹਰ ਸਾਚੇ ਭਾਏ। ਜਿਹੜੇ ਮਾਲਕ ਨੂੰ ਭਾ ਗਏ ਉਹ ਪਵਿੱਤਰ ਹੋ ਗਏ, ਨਿਰਮਲ ਹੋ ਗਏ। ਪ੍ਰੀਤਮ ਜੀ ਕਹਿੰਦੇ ਨਾਨਕ ਨਾਮ ਵਸੈ ਮਣ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਮਨਮੁਖਾਂ ਦੀ ਮੈਲ ਦੀ ਗੱਲ ਦੱਸਦੀ ਤੇ ਗੁਰਮੁਖ ਕਿਵੇਂ ਨਿਰਮਲ ਹੋਏ ਉਹ ਵੀ ਦੱਸ ਦਿੱਤਾ। ਇਸ ਕਰਕੇ ਨਿਰਮਲਤਾ ਤੋਂ ਭਾਵ ਹੈ ਚੰਗੀ ਸੋਚ, ਮੈਲ ਤੋਂ ਭਾਵ ਹੈ ਮਾੜੀ ਸੋਚ। ਗੁਰੂ ਕਿਰਪਾ ਕਰਕੇ ਸਾਡੀ ਸੋਚ ਨੂੰ ਬਦਲਦਾ ਹੈ, ਸਾਡੀ ਮੱਤ ਨੂੰ ਬਦਲਦਾ ਹੈ। ਅਹਰਨ ਮੱਤ ਵੇਦ ਹਥਿਆਰ। ਜਿੱਥੇ ਮੱਥਾ ਟੇਕਦੇ ਨਾ ਮਾਨੋ ਅਹਰਨ ਹੈ। ਤੁਸੀਂ ਆਪਣਾ ਸਿਰ ਰੱਖਿਆ, ਤੁਸੀਂ ਆਪਣੀ ਮੱਤ ਇੱਥੇ ਰੱਖੀ ਤੇ ਗੁਰੂ ਨੇ ਕੀ ਕੀਤਾ? ਇਹ ਗੁਰਬਾਣੀ ਦੇ ਸ਼ਬਦਾਂ ਦੇ ਥੋੜੇ ਮਾਰ ਮਾਰ ਕੇ ਸਾਡੀ ਮੱਤ ਨੂੰ ਸੈੱਟ ਕੀਤਾ। ਕੋ ਸਤਨਾਮ ਸੀ। ਅਹਰਨ ਮੱਤ ਵੇਦ ਹਥਿਆਰ।
ਭਉ ਖੱਲਾ ਅਗਨ ਤਪਤਾਓ ਭਾਂਡਾ ਭਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ। ਫਿਰ ਉਸ ਮੱਤ ਦੇ ਅੰਦਰੋਂ ਸ਼ਬਦ ਚੱਲਦਾ ਹੈ, ਫਿਰ ਉਹਦੇ ਦਿਮਾਗ ਦੇ ਅੰਦਰ ਮੱਤ ਅੰਦਰ ਟਕਸਾਲ, ਟਕਸਾਲ ਕਹਿੰਦੀ ਹੈ ਫੈਕਟਰੀ ਨੂੰ, ਟਕਸਾਲ ਬਣ ਜਾਂਦੀ ਆ। ਜਿਸ ਤਰ੍ਹਾਂ ਦਮਦਮੀ ਟਕਸਾਲ ਜਿੱਥੋਂ ਗ੍ਰੰਥੀ ਰਾਗੀ ਬਣਾਏ ਜਾਂਦੇ ਆ, ਇਸੇ ਟਕਸਾਲ ਜਿੱਥੇ ਫੈਕਟਰੀਆਂ ਜੇ ਮਸ਼ੀਨਾਂ ਬਣਦੀਆਂ ਉਹ ਵੀ ਟਕਸਾਲਾਂ ਹੈ। ਫਿਰ ਤੇਰੇ ਦਿਮਾਗ 'ਚ ਇਹ ਟਕਸਾਲ ਬਣ ਗਈ, ਤੇਰੇ ਅੰਦਰੋਂ ਗੁਰਬਾਣੀ ਦਾ ਗਿਆਨ ਨਿਕਲੇਗਾ। ਕਹੋ ਸਤਨਾਮ ਸੀ। ਘੜੀ ਹੈ ਸ਼ਬਦ, ਕੀ ਘੜਿਆ ਜਾਊਗਾ ਇੱਥੇ? ਸ਼ਬਦ ਘੜੇ ਜਾਣਗੇ ਮੱਤ ਵਿੱਚ, ਜਿਹੜੀ ਮੱਤ ਦੀ ਟਕਸਾਲ ਸਤਿਗੁਰ ਨੇ ਕਿਰਪਾ ਕਰਕੇ ਬਣਾ ਦਿੱਤੀ। ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਤੇ ਉਹਦੀ ਕਿਰਪਾ ਦ੍ਰਿਸ਼ਟੀ ਪੈ ਗਈ, ਉਹਨਾਂ ਦੀ ਮੱਤ ਬਦਲ ਦਿੱਤੀ, ਬੁੱਧ ਬਦਲੀ ਸਿੱਧ ਪਾਈ। ਗੁਰੂ ਕਿਰਪਾ ਕਰਨ। ਇਹ ਸੀ ਪਵਿੱਤਰ ਸ਼ਬਦ ਦੀ ਵਿਚਾਰ। ਇਸੇ ਲੜੀ ਨਾਲ ਜੁੜਦਾ ਅਗਲਾ ਸ਼ਬਦ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਤੀਜਾ। ਗੋਬਿੰਦ ਉਜਲ ਉਜਲ ਹੰਸਾ। ਹੰਸ ਕਿਹਾ ਆਤਮਾ ਨੂੰ, ਗੋਬਿੰਦ ਕਿਹਾ ਪਰਮਾਤਮਾ ਨੂੰ, ਕਿ ਦੋਨੇ ਹੀ ਨਿਰਮਲ ਹਨ। ਗੋਬਿੰਦ ਉਜਲ ਉਜਲ ਹੰਸਾ। ਮਨ ਬਾਣੀ ਨਿਰਮਲ ਮੇਰੀ ਮਨਸ਼ਾ। ਮਨ ਉਜਲ ਸਦਾ ਮੁਖ ਸੋਹੇ। ਅਤ ਉਜਲ ਨਾਮ ਧਿਆਵਨੀਆ। ਇਸੇ ਵਿਸ਼ੇ 'ਤੇ ਕੁਝ ਹੋਰ ਵੀ ਵਿਚਾਰ ਹੈ, ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਦੇ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।